ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਲੂਸੈਂਟ ਜੀਕੇ ਦਾ ਪਾਰਟ 12 ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਲੂਸੈਂਟ ਜੀਕੇ ਦੇ ਨਾਲ ਰਿਲੇਟਡ ਮੋਸਟ ਇੰਪੋਰਟੈਂਟ MCQ ਡਿਸਕਸ ਕਰਨ ਜਾ ਰਹੇ ਹਾਂ। ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ, ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਆਪਣੇ ਲੂਸੈਂਟ ਜੀਕੇ ਦੇ 11 ਪਾਰਟ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ ਸਟੈਟਿਕ ਜੀਕੇ ਦੇ MCQ ਕਵਰ ਕੀਤੇ ਨੇ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਪਲੇਲਿਸਟ ਦੇ ਵਿੱਚ ਜਾਓ, ਉੱਥੇ ਤੁਹਾਨੂੰ ਆਲ ਸਬਜੈਕਟਸ ਦੀਆਂ ਵੀਡੀਓਜ਼ ਸੀਰੀਜ਼ ਵਾਈਜ਼ ਲੱਗੀਆਂ ਮਿਲ ਜਾਣਗੀਆਂ, ਜਾ ਕੇ ਦੇਖ ਸਕਦੇ ਹੋ ਅਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦਾ ਜੋ ਆਪਣਾ ਸੈਸ਼ਨ ਹੈ, ਇਸ ਸੈਸ਼ਨ ਦੇ ਵਿੱਚ ਆਪਾਂ ਲੂਸੈਂਟ ਜੋ ਤੁਹਾਡੀ ਸਟੈਟਿਕ ਜੀਕੇ ਹੈ ਇਹਦੇ ਨਾਲ ਰਿਲੇਟਡ ਜਿੰਨੇ ਵੀ ਮਤਲਬ ਤੁਹਾਡੇ ਸਬਜੈਕਟਸ ਦੇ ਕੁਐਸਚਨ ਹੁੰਦੇ ਨੇ, ਇਹਦੇ ਵਿੱਚ ਆਪਾਂ ਮਿਕਸ ਕੁਐਸਚਨ ਰੱਖਦੇ ਹਾਂ, ਜਿਹਦੇ ਵਿੱਚ ਤੁਹਾਡੀ ਸਾਇੰਸ, ਬਾਇਓਲੋਜੀ, ਪੋਲਿਟੀ, ਹਿਸਟਰੀ, ਜੋਗਰਾਫੀ ਅਤੇ ਜਿੰਨੇ ਵੀ ਤੁਹਾਡੇ ਪੇਪਰਾਂ ਦੇ ਨਾਲ ਰਿਲੇਟਡ ਸਬਜੈਕਟ ਨੇ ਉਹ ਆਪਾਂ ਸਾਰੇ ਇਹਦੇ ਵਿੱਚ ਕਵਰ ਕਰਦੇ ਹਾਂ, ਜਿਹੜੇ ਤੁਹਾਡੇ ਸਟੈਟਿਕ ਦੇ ਵਿੱਚੋਂ ਕੁਐਸਚਨ ਪੁੱਛੇ ਜਾਂਦੇ ਨੇ। ਤਾਂ ਇਹ ਸੀਰੀਜ਼ ਆਪਣੀ ਕਦੇ ਵੀ ਮਿਸ ਨਾ ਕਰਿਓ, ਕਿਉਂਕਿ ਇਹ ਸੀਰੀਜ਼ ਪੰਜਾਬ ਅਤੇ ਇੰਡੀਆ ਲੈਵਲ ਦੇ ਪੇਪਰਾਂ ਦੇ ਨਾਲ ਸਾਰੇ ਪੇਪਰਾਂ ਦੇ ਨਾਲ ਰਿਲੇਟਡ ਹੈ, ਕਿਉਂਕਿ ਸਟੈਟਿਕ ਜੀਕੇ ਤੁਹਾਡੀ ਕਵਰ ਹੋਣੀ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਤੁਸੀਂ ਅੱਗੇ ਫਰਦਰ ਸਬਜੈਕਟਸ ਦੀ ਤਿਆਰੀ ਕਰ ਸਕਦੇ ਹੋ। ਸਭ ਤੋਂ ਪਹਿਲਾਂ ਤੁਸੀਂ ਆਪਣੀ ਸਟੈਟਿਕ ਜੀਕੇ ਨੂੰ ਕਵਰ ਕਰੋ। ਤਾਂ ਅੱਜ ਦਾ ਜਿਹੜਾ ਆਪਣਾ ਸੈਸ਼ਨ ਆਪਾਂ ਸਟਾਰਟ ਕਰਨ ਜਾ ਰਹੇ ਹਾਂ, ਐਂਡ ਤੱਕ ਜ਼ਰੂਰ ਦੇਖਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ। ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੇ ਪਹਿਲੇ ਕੁਐਸਚਨ ਦੇ ਨਾਲ। ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈ, ਇਹਨਾਂ ਵਿੱਚੋਂ ਦਾਬ ਦੀ ਇਕਾਈ ਕਿਹੜੀ ਹੈ? ਵਿਚ ਆਫ ਦੀ ਫੋਲੋਇੰਗ ਇਜ਼ ਦੀ ਯੂਨਿਟ ਆਫ ਪ੍ਰੈਸ਼ਰ। ਤਾਂ ਇਹ ਤੁਹਾਡਾ ਸਾਇੰਸ ਦਾ ਕੁਐਸਚਨ ਹੈ। ਸਾਇੰਸ ਦੇ ਵਿੱਚੋਂ ਵੀ ਤੁਹਾਨੂੰ ਬਹੁਤ ਕੁਐਸਚਨ ਪੁੱਛੇ ਜਾਂਦੇ ਨੇ, ਠੀਕ ਹੈ ਜੀ। ਇਹ ਆਪਾਂ ਮਤਲਬ ਆਪਣਾ ਇੱਕ ਆਈਡੀਆ ਨਹੀਂ ਲਗਾ ਸਕਦੇ ਕਿ ਐਗਜ਼ਾਮੀਨਰ ਤੁਹਾਨੂੰ ਕਿੱਥੋਂ ਕੁਐਸਚਨ ਪੁੱਛ ਸਕਦਾ, ਕਿਉਂਕਿ ਕੰਪੀਟੀਸ਼ਨ ਦਾ ਯੁੱਗ ਹੈ, ਬਹੁਤ ਕੰਪੀਟੀਸ਼ਨ ਜਿਹੜਾ ਉਹ ਵੱਧ ਚੁੱਕਿਆ ਹੈ। ਤਾਂ ਹਰ ਇੱਕ ਸਬਜੈਕਟ ਤੁਹਾਡਾ ਪਰਫੈਕਟ ਹੋਣਾ ਚਾਹੀਦਾ, ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਕੁਐਸਚਨ ਹੈ, ਵਿਚ ਆਫ ਦੀ ਫੋਲੋਇੰਗ ਇਜ਼ ਦੀ ਯੂਨਿਟ ਆਫ ਪ੍ਰੈਸ਼ਰ। ਤਾਂ ਪਾਸਕਲ, ਸੈਕਿੰਡ, ਮੀਟਰ ਜਾਂ ਨਿਊਟਨ, ਠੀਕ ਹੈ ਜੀ। ਤਾਂ ਇਹੋ ਜਿਹੇ ਤੁਹਾਨੂੰ ਆਪਸ਼ਨ ਦਿੱਤੇ ਜਾਣਗੇ ਪੇਪਰ ਦੇ ਵਿੱਚ, ਤਾਂ ਇਹਨਾਂ ਦੇ ਵਿੱਚੋਂ ਤੁਸੀਂ ਪਹਿਚਾਨਣਾ ਹੋਊਗਾ। ਇਹ ਜੇਕਰ ਤੁਸੀਂ ਇਹਨਾਂ ਬਾਰੇ ਪੜ੍ਹਿਆ ਕਿ ਯੂਨਿਟਸ ਬਾਰੇ ਪੜ੍ਹਿਆ, ਕਿਉਂਕਿ ਯੂਨਿਟ ਵੀ ਇੱਕ ਬਹੁਤ ਇੰਪੋਰਟੈਂਟ ਪਾਰਟ ਹੈ ਆਪਣੇ ਐਗਜ਼ਾਮਸ ਦਾ। ਤਾਂ ਯੂਨਿਟ ਬਾਰੇ ਜੇ ਤੁਸੀਂ ਪੜ੍ਹਿਆ ਤਾਂ ਤੁਸੀਂ ਆਰਾਮ ਨਾਲ ਇਹਨੂੰ ਟਿਕ ਲਗਾ ਸਕਦੇ ਹੋ, ਠੀਕ ਹੈ ਜੀ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 1 ਆਊਗਾ। ਪਾਸਕਲ ਇਹਦੀ ਇਕਾਈ ਹੈ। ਪਾਸਕਲ ਜਿਹਨੂੰ ਆਪਾਂ ਪ੍ਰੈਸ਼ਰ ਦੀ ਇਕਾਈ ਬੋਲਦੇ ਹਾਂ, ਪ੍ਰੈਸ਼ਰ ਦੀ ਯੂਨਿਟ ਜਿਹਨੂੰ ਬੋਲਿਆ ਜਾਂਦਾ, ਉਹਦਾ ਨਾਮ ਹੈ ਪਾਸਕਲ। ਤਾਂ ਬਾਕੀ ਜਿਹੜੇ ਆਪਣੇ ਆਪਸ਼ਨ ਉਹਨਾਂ ਬਾਰੇ ਵੀ ਆਪਾਂ ਥੋੜ੍ਹਾ ਡਿਸਕਸ ਕਰਦੇ ਹਾਂ। ਜਿਵੇਂ ਕਿ ਸੈਕਿੰਡ ਹੈ, ਤਾਂ ਸੈਕਿੰਡ ਕਿਹਦੀ ਯੂਨਿਟ ਹੈ? ਤਾਂ ਇਹ ਆਪਣੀ ਟਾਈਮ ਦੀ ਯੂਨਿਟ ਹੈ, ਠੀਕ ਹੈ ਜੀ। ਟਾਈਮ ਨੂੰ ਆਪਾਂ ਸੈਕਿੰਡਸ ਦੇ ਵਿੱਚ ਮਾਪਦੇ ਹਾਂ। ਮੀਟਰ ਜਿਹੜੀ ਆਪਣੀ ਯੂਨਿਟ ਹੈ, ਮੀਟਰ ਆਪਣੀ ਡਿਸਟੈਂਸ ਦੀ ਹੈ, ਠੀਕ ਹੈ ਜੀ। ਤਾਂ ਡਿਸਟੈਂਸ ਦੀ ਜਿਹੜੀ ਯੂਨਿਟ ਹੈ ਉਹਨੂੰ ਆਪਾਂ ਮੀਟਰ ਕਹਿੰਦੇ ਹਾਂ। ਤਾਂ ਇਹਦੇ ਬਾਰੇ ਵੀ ਆਪਾਂ ਨੂੰ ਪਤਾ ਹੈ। ਨਿਊਟਨ ਹੈ ਜਿਹੜੀ ਆਪਣੀ, ਤਾਂ ਇਹ ਨਿਊਟਨ ਹੈ ਆਪਣੀ ਫੋਰਸ ਦੀ, ਠੀਕ ਹੈ ਜੀ। ਫੋਰਸ ਦੀ ਯੂਨਿਟ ਨੂੰ ਆਪਾਂ ਨਿਊਟਨ ਕਹਿੰਦੇ ਹਾਂ। ਤਾਂ ਇਹ ਵੀ ਤੁਸੀਂ ਨਾਲ ਨਾਲ ਨੋਟ ਕਰ ਲਿਓ। ਤਾਂ ਆਪਾਂ ਸਾਰੇ ਤੁਹਾਡੇ ਫੈਕਟ ਕਵਰ ਕਰਵਾਉਂਦੇ ਜਾਣਾ, ਇੱਕ ਵੀ ਆਪਸ਼ਨ ਵੀ ਆਪਾਂ ਨਹੀਂ ਛੱਡਣਾ, ਠੀਕ ਹੈ ਜੀ, ਕਿਉਂਕਿ ਤੁਹਾਡੀ ਸਟੈਟਿਕ ਜੀਕੇ ਕਵਰ ਹੋਣੀ ਬਹੁਤ ਜ਼ਰੂਰੀ ਹੈ। ਤਾਂ ਇਹ ਆਪਣਾ ਜਿਹੜਾ ਪਹਿਲਾ ਕੁਐਸਚਨ ਹੈ, ਇਹਦਾ ਆਨਸਰ ਆਊਗਾ ਆਨਸਰ ਨੰਬਰ 1 ਪਾਸਕਲ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਵਿਟਾਮਿਨ ਦਾ ਖੋਜਕਰਤਾ ਕੌਣ ਹੈ? ਹੂ ਵਾਜ਼ ਦੀ ਇਨਵੈਂਟਰ ਆਫ ਵਿਟਾਮਿਨਸ। ਵਿਟਾਮਿਨਸ ਦੇ ਮਤਲਬ ਜਿੰਨੇ ਵੀ ਆਪਣੇ ਜਿਹੜੇ ਆਪਣੇ ਵਿਟਾਮਿਨਸ ਨੇ A B C D E ਅਤੇ K, ਠੀਕ ਹੈ ਜੀ। ਤਾਂ A B C D E ਅਤੇ K, ਠੀਕ ਹੈ ਜੀ। ਤਾਂ ਇਹਨਾਂ ਦਾ ਜਿਹੜਾ ਖੋਜਕਰਤਾ ਹੈ, ਇਹਨਾਂ ਦੀ ਵਿਟਾਮਿਨਸ ਦੀ ਖੋਜ ਜਿਹੜੀ ਕੀਤੀ ਹੈ ਉਹ ਕਿਹਨੇ ਕੀਤੀ ਹੈ, ਤੁਹਾਨੂੰ ਪੁੱਛਿਆ ਜਾਊਗਾ। ਬਹੁਤ ਇੰਪੋਰਟੈਂਟ ਕੁਐਸਚਨ ਤੁਹਾਡੇ ਲਈ ਇਹ ਬਣ ਜਾਂਦਾ, ਠੀਕ ਹੈ ਜੀ। ਤਾਂ ਚਾਰਲਸ ਬੈਬੇਜ, ਇਹਦੇ ਬਾਰੇ ਆਪਾਂ ਜਾਣਦੇ ਹਾਂ। ਇਹਨੂੰ ਆਪਾਂ ਕੀ ਕਹਿੰਦੇ ਹਾਂ? ਫਾਦਰ ਆਫ ਕੰਪਿਊਟਰ। ਫਾਦਰ ਆਫ ਕੰਪਿਊਟਰ ਇਹਨੂੰ ਕਿਹਾ ਜਾਂਦਾ, ਠੀਕ ਹੈ ਜੀ। ਤਾਂ ਚਾਰਲਸ ਬੈਬੇਜ। ਤਾਂ ਇਹ ਤਾਂ ਆਪਸ਼ਨ ਆਪਣਾ ਨਹੀਂ ਆਊਗਾ, ਇਹ ਤਾਂ ਗਲਤ ਹੈ, ਠੀਕ ਹੈ ਜੀ। ਤਾਂ ਡੈਨਿਸ ਰਿਚੀ ਹੈ ਜਿਹੜਾ, ਉਹ ਫਾਦਰ ਆਫ C ਲੈਂਗੁਏਜ ਹੈ, ਜਿਹੜੀ ਆਪਣੀ C ਅਤੇ C++ ਆਈਆਂ। ਤਾਂ ਫਾਦਰ ਆਫ C ਲੈਂਗੁਏਜ ਡੈਨਿਸ ਰਿਚੀ ਹੈ। ਅਤੇ ਰੇ ਟੋਮਲਿਨਸਨ ਕੌਣ ਹੈ? ਫਾਦਰ ਆਫ ਈਮੇਲ। ਇਹ ਤੁਸੀਂ ਯਾਦ ਰੱਖਿਓ, ਠੀਕ ਹੈ ਜੀ। ਤਾਂ ਬਾਕੀ ਜਿਹੜਾ ਆਪਣੇ ਕੋਲ ਆਪਸ਼ਨ ਬਚਿਆ ਉਹਦਾ ਉਹ ਕਿਹੜਾ ਬਚਿਆ? ਫੰਕ। ਤਾਂ ਫੰਕ ਨੇ ਜਿਹੜੀ ਉਹ ਵਿਟਾਮਿਨਸ ਦੀ ਖੋਜ ਕੀਤੀ ਹੈ, ਇਹ ਤੁਸੀਂ ਯਾਦ ਰੱਖਣਾ। ਤਾਂ ਆਨਸਰ ਨੰਬਰ 2 ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਵਿਟਾਮਿਨ D ਦਾ ਵਿਗਿਆਨਕ ਨਾਮ ਕੀ ਹੈ? ਵਾਟ ਇਜ਼ ਦੀ ਸਾਇੰਟੀਫਿਕ ਨੇਮ ਆਫ ਵਿਟਾਮਿਨ D। ਤਾਂ ਇਹ ਸਾਇੰਟੀਫਿਕ ਨੇਮ ਤੁਹਾਨੂੰ ਬਹੁਤ ਪੁੱਛੇ ਜਾਂਦੇ ਨੇ। ਇਹ ਜਿਹੜਾ ਤੁਹਾਡਾ ਪੋਰਸ਼ਨ ਹੈ, ਇਹ ਤੁਸੀਂ ਚੰਗੇ ਤਰੀਕੇ ਨਾਲ ਕਵਰ ਕਰਨਾ ਹੈ, ਕਿਉਂਕਿ ਇੱਥੋਂ ਤੁਸੀਂ ਜਿਹੜਾ ਆਪਣਾ ਨੰਬਰ ਹੈ ਉਹ ਚੰਗੇ ਤਰੀਕੇ ਨਾਲ ਆਪਾਂ ਲੈ ਸਕਦੇ ਹਾਂ, ਕਿਉਂਕਿ ਬਹੁਤ ਵਧੀਆ ਟੌਪਿਕ ਹੈ ਇਹ। ਇੱਥੋਂ ਹਰ ਵਾਰ ਕੁਐਸਚਨ ਪੁੱਛਿਆ ਜਾਂਦਾ। ਵਿਟਾਮਿਨਸ ਦੇ ਜਿਹੜੇ ਵਿਗਿਆਨਕ ਨਾਮ ਨੇ ਉਹ ਤੁਹਾਨੂੰ ਪੁੱਛੇ ਜਾਣਗੇ।
ਤਾਂ ਵਿਟਾਮਿਨ ਡੀ ਦਾ ਜਿਹੜਾ ਵਿਗਿਆਨਕ ਨਾਮ ਹੈ ਉਹ ਹੈ ਆਪਣਾ ਆਨਸਰ ਨੰਬਰ 1 ਕੈਲਸੀਫੈਰੋਲ। ਠੀਕ ਹੈ ਜੀ, ਕੈਲਸੀਫੈਰੋਲ ਦਾ ਜਿਹੜਾ ਵਿਗਿਆਨਕ ਨਾਮ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਬਾਕੀ ਜਿਹੜੇ ਆਪਣੇ ਬੱਚੇ ਆ ਉਹ ਵੀ ਆਪਾਂ ਪੜ੍ਹਦੇ ਹਾਂ ਉਹਨਾਂ ਬਾਰੇ। ਸਭ ਤੋਂ ਪਹਿਲਾਂ ਹੈਗਾ ਐਸਕੋਰਬਿਕ ਐਸਿਡ। ਇਹ ਕਿਹਦਾ ਨਾਮ ਹੈ? ਇਹ ਵਿਟਾਮਿਨ ਸੀ ਦਾ ਨਾਮ ਹੈ। ਠੀਕ ਹੈ ਜੀ, ਤਾਂ ਵਿਟਾਮਿਨ ਸੀ ਨੂੰ ਆਪਾਂ ਕਹਿੰਦੇ ਹਾਂ ਐਸਕੋਰਬਿਕ ਐਸਿਡ। ਜਿਹੜਾ ਰੈਟੀਨੋਲ ਹੈ, ਇਹ ਰੈਟੀਨੋਲ ਕਿਹਦਾ ਨਾਮ ਹੈ? ਤਾਂ ਰੈਟੀਨੋਲ ਹੈ ਵਿਟਾਮਿਨ ਏ ਦਾ ਨਾਮ, ਸਾਇੰਟੀਫਿਕ ਨਾਮ। ਅਤੇ ਜਿਹੜਾ ਲਾਸਟ ਆਪਣੇ ਕੋਲ ਬਚਦਾ ਟੋਕੋਫੇਰੋਲ, ਤਾਂ ਇਹ ਹੈਗਾ ਵਿਟਾਮਿਨ ਈ ਦਾ ਨਾਮ। ਠੀਕ ਹੈ ਜੀ, ਇਹ ਵੀ ਤੁਸੀਂ ਨਾਲ ਨਾਲ ਨੋਟ ਕਰ ਲਿਓ। ਤੁਹਾਨੂੰ ਬਹੁਤ ਇੰਪੋਰਟੈਂਟ ਇਹ ਜਿਹੜਾ ਟੌਪਿਕ ਹੈ, ਇੱਥੋਂ ਤੁਸੀਂ ਖੁਦ ਵੀ ਤੁਹਾਨੂੰ ਪਤਾ ਹੈ ਕਿ ਇੱਥੋਂ ਬਹੁਤ ਕੁਐਸਚਨ ਪੁੱਛੇ ਜਾਂਦੇ ਨੇ। ਤਾਂ ਇਹ ਜਿਹੜੇ ਬਾਕੀ ਨਾਮ ਹੈ ਇਹ ਵੀ ਤੁਸੀਂ ਨੋਟ ਕਰ ਲਿਓ। ਇਸ ਤੋਂ ਇਲਾਵਾ ਤੁਹਾਨੂੰ ਮੈਂ ਹੋਰ ਵੀ ਨੋਟ ਕਰਵਾ ਦਿੰਦਾ, ਜਿਵੇਂ ਕਿ ਵਿਟਾਮਿਨ ਜਿਹੜਾ ਬੀ ਵਿਟਾਮਿਨ ਹੈ ਇਹਦੇ ਅੱਗੇ ਫਰਦਰ ਮਤਲਬ B12 ਤੱਕ ਹੈ ਇਹ। ਠੀਕ ਹੈ ਜੀ, ਤਾਂ B9 ਤੁਹਾਨੂੰ ਪੁੱਛ ਸਕਦੇ ਨੇ। B9 ਜਿਹੜਾ ਵਿਟਾਮਿਨ ਹੈ ਇਹਨੂੰ ਆਪਾਂ ਕੀ ਕਹਿੰਦੇ ਹਾਂ? ਇਹਨੂੰ ਆਪਾਂ ਫੋਲਿਕ ਐਸਿਡ ਕਹਿੰਦੇ ਹਾਂ। ਜਿਹੜਾ ਆਪਾਂ ਫੋਲਿਕ ਐਸਿਡ ਯੂਜ਼ ਕਰਦੇ ਹਾਂ ਨਾ, ਜਿਹੜਾ ਆਪਾਂ ਨੂੰ ਮਤਲਬ ਫਰੂਟਸ 'ਚੋਂ ਮਿਲਦਾ, ਸਬਜ਼ੀਆਂ 'ਚੋਂ ਮਿਲਦਾ, ਤਾਂ ਜਿਹੜਾ ਇਹ ਫੋਲਿਕ ਐਸਿਡ ਹੈ ਉਹ ਕਿਹਦਾ ਨਾਮ ਹੈ? ਇਹ ਵਿਟਾਮਿਨ B9 ਦਾ ਨਾਮ ਹੈ। ਇਹ ਯਾਦ ਰੱਖਣਾ, ਤੁਸੀਂ ਪੁੱਛਿਆ ਜਾ ਸਕਦਾ। ਇੱਕ ਤੁਹਾਨੂੰ ਪੁੱਛਿਆ ਜਾਊਗਾ ਵਿਟਾਮਿਨ B12 ਬਾਰੇ। ਤਾਂ ਜਿਹੜਾ B12 ਹੈ ਤਾਂ ਇਹਨੂੰ ਕਿਹਾ ਜਾਂਦਾ ਹੈ ਕੋਬਾਲਾਮਿਨ। ਕੋਬਾਲਾਮਿਨ, ਠੀਕ ਹੈ ਜੀ। ਤਾਂ ਇਹ ਜਿਹੜੇ ਆਪਣੇ ਫਰੂਟਸ ਸਬਜ਼ੀਆਂ ਦੇ ਵਿੱਚ ਇਹ ਪਾਇਆ ਜਾਂਦਾ ਹੈਗਾ। ਤਾਂ ਕੋਬਾਲਾਮਿਨ ਇਹਦਾ ਨਾਮ ਤੁਸੀਂ ਲਿਖ ਲਓ, ਵਿਟਾਮਿਨ B12 ਦਾ। ਅਤੇ B19 ਨੂੰ ਆਪਾਂ ਕਹਿੰਦੇ ਹਾਂ ਫੋਲਿਕ ਐਸਿਡ। ਠੀਕ ਹੈ ਜੀ, ਤਾਂ ਇਹ ਸਾਰੇ ਵਿਟਾਮਿਨ ਤੁਸੀਂ ਨੋਟ ਕਰ ਲੈਣੇ। ਅਤੇ ਇਹਦਾ ਆਨਸਰ ਆਊਗਾ ਆਨਸਰ ਨੰਬਰ 1 ਕੈਲਸੀਫੈਰੋਲ, ਤਾਂ ਵਿਟਾਮਿਨ ਡੀ ਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸ਼ੋਰਾ ਕਿਹੜੇ ਦੇਸ਼ ਦੀ ਸੰਸਦ ਦਾ ਨਾਮ ਹੈ? ਸ਼ੋਰਾ ਇਜ਼ ਦੀ ਪਾਰਲੀਮੈਂਟ ਆਫ ਵਿਚ ਕੰਟਰੀ? ਤਾਂ ਸ਼ੋਰਾ ਜਿਹੜਾ ਤੁਹਾਨੂੰ ਪੁੱਛਿਆ ਜਾਊਗਾ, ਕਿਉਂਕਿ ਇਹ ਬਹੁਤ ਵਾਰ ਪੁੱਛਿਆ ਗਿਆ ਇਹ ਕੁਐਸਚਨ, ਤਾਂ ਕਰਕੇ ਮੈਂ ਇਹਦੇ ਵਿੱਚ ਰੱਖਿਆ ਹੋਇਆ। ਠੀਕ ਹੈ ਜੀ, ਤਾਂ ਇਹ ਹੈ ਆਪਣਾ ਅਫਗਾਨਿਸਤਾਨ ਦਾ। ਸ਼ੋਰਾ ਜਿਹੜਾ ਆਪਣੀ ਸੰਸਦ ਦਾ ਨਾਮ ਹੈ, ਕਿਹੜੇ ਦੇਸ਼ ਦੀ ਸੰਸਦ ਦਾ ਨਾਮ ਹੈ? ਤਾਂ ਪਾਰਲੀਮੈਂਟ ਇਹ ਕਿੱਥੋਂ ਦੀ ਪਾਰਲੀਮੈਂਟ ਹੈ? ਅਫਗਾਨਿਸਤਾਨ ਦੀ ਪਾਰਲੀਮੈਂਟ ਹੈ, ਜਿਹਦਾ ਨਾਮ ਹੈ ਸ਼ੋਰਾ। ਠੀਕ ਹੈ ਜੀ, ਅਤੇ ਤੁਹਾਨੂੰ ਪੁੱਛਿਆ ਜਾਊਗਾ, ਬਹੁਤ ਇੰਪੋਰਟੈਂਟ ਤੁਹਾਡੇ ਲਈ ਇਹ ਬਣ ਜਾਂਦਾ। ਆਨਸਰ ਨੰਬਰ 4। ਇਹਨਾਂ ਵਿੱਚੋਂ ਪੁਰਤਗਾਲ ਦੀ ਕਰੰਸੀ ਕਿਹੜੀ ਹੈ? ਵਿਚ ਆਫ ਦੀ ਫੋਲੋਇੰਗ ਇਜ਼ ਦੀ ਕਰੰਸੀ ਆਫ ਪੋਰਚੁਗਲਸ? ਪੁਰਤਗਾਲ ਦੀ ਜਿਹੜੀ ਕਰੰਸੀ ਆ ਉਹ ਕਿਹੜੀ ਹੈ? ਉਹ ਤੁਹਾਨੂੰ ਪਤਾ ਹੋਣਾ ਚਾਹੀਦਾ। ਠੀਕ ਹੈ ਜੀ, ਤਾਂ ਜਿਹੜੀ ਪੀਸੋ ਹੈ ਇਹ ਆਪਣੀ ਮੈਕਸੀਕੋ ਸਿਟੀ ਦੀ ਹੈ। ਮੈਕਸੀਕੋ ਦੇ ਵਿੱਚ ਜੇ ਆਪਾਂ ਜਾਵਾਂਗੇ ਤਾਂ ਇੱਥੇ ਕੀ ਚੱਲਦਾ? ਪੀਸੋ ਚੱਲਦਾ। ਠੀਕ ਹੈ ਜੀ, ਤਾਂ ਮੈਕਸੀਕੋ ਦੀ ਪੀਸੋ ਹੈ। ਡਾਲਰ ਆਪਾਂ ਦੇਖਦੇ ਹਾਂ USA ਦਾ। ਠੀਕ ਹੈ ਜੀ, ਕੈਨੇਡਾ ਦੇ ਵਿੱਚ ਹੈ। ਪਾਉਂਡ ਆਪਾਂ ਦੇਖਦੇ ਹਾਂ UK ਦਾ। ਠੀਕ ਹੈ ਜੀ, ਤਾਂ ਹੋਰ ਵੀ ਕਈ ਕੰਟਰੀਜ਼ ਦੇ ਵਿੱਚ ਡਾਲਰ ਅਤੇ ਪਾਉਂਡ ਚੱਲਦੇ ਨੇ, ਤਾਂ ਇਹ ਨਹੀਂ ਕਿ ਇਕੱਲਾ USA ਅਤੇ UK ਦੇ ਵਿੱਚ ਚੱਲਦੇ ਨੇ। ਠੀਕ ਹੈ ਜੀ, ਤਾਂ ਇਹਦੀ ਜਿਹੜੀ ਬਚਦੀ ਹੈ ਉਹ ਆਪਣੇ ਕੋਲ ਬਚਦੀ ਹੈ ਯੂਰੋ। ਠੀਕ ਹੈ ਜੀ, ਕਿਉਂਕਿ ਇਹ ਇੱਕ ਯੂਰਪ ਕੰਟਰੀ ਦੇ ਵਿੱਚ ਇਹ ਆਪਣਾ ਆਉਂਦਾ ਹੈਗਾ, ਤਾਂ ਯੂਰੋ ਇੱਥੇ ਚੱਲਦੇ ਨੇ ਪੁਰਤਗਾਲ ਦੇ ਵਿੱਚ। ਠੀਕ ਹੈ ਜੀ, ਤਾਂ ਆਨਸਰ ਨੰਬਰ 1 ਆਊਗਾ ਇਹਦਾ। ਇਹਨਾਂ ਵਿੱਚੋਂ ਕਿਸ ਨੂੰ ਲੋਕ ਨਾਇਕ ਕਿਹਾ ਜਾਂਦਾ ਹੈ? ਵਿਚ ਆਫ ਦੀ ਫੋਲੋਇੰਗ ਇਜ਼ ਨੋਨ ਐਜ਼ ਲੋਕ ਨਾਇਕ? ਤਾਂ ਇਹ ਕੁਐਸਚਨ ਨੂੰ ਤੁਸੀਂ ਪੂਰੇ ਧਿਆਨ ਨਾਲ ਕਰਨਾ ਹੈ, ਕਿਉਂਕਿ ਇਹਦੇ ਵਿੱਚ ਤੁਹਾਨੂੰ ਇਹੋ ਜਿਹੇ ਕੁਐਸਚਨਾਂ ਦੇ ਵਿੱਚ ਆਪਾਂ ਉਲਝਦੇ ਹਾਂ ਜਿਹੜਾ ਕਿ ਐਗਜ਼ਾਮੀਨਰ ਆਪਾਂ ਨੂੰ ਵਾਰ-ਵਾਰ ਉਲਝਾਉਂਦਾ। ਠੀਕ ਹੈ ਜੀ, ਬਾਲ ਗੰਗਾਧਰ ਤਿਲਕ, ਜੈ ਪ੍ਰਕਾਸ਼ ਨਾਰਾਇਣ, ਵੱਲਭ ਭਾਈ ਪਟੇਲ, ਤਾਂ ਗੁਰੂਦੇਵ। ਗੁਰੂਦੇਵ ਇੱਥੇ ਮਤਲਬ ਕਿਹਾ ਗਿਆ ਰਵਿੰਦਰਨਾਥ ਟੈਗੋਰ ਨੂੰ। ਠੀਕ ਹੈ ਜੀ, ਤਾਂ ਰਵਿੰਦਰਨਾਥ ਟੈਗੋਰ ਦਾ ਨਾਮ ਰੱਖਿਆ ਸੀ ਗੁਰੂਦੇਵ। ਠੀਕ ਹੈ ਜੀ, ਤਾਂ ਇਹ ਰੱਖਿਆ ਸੀ ਆਪਣੇ ਮਹਾਤਮਾ ਗਾਂਧੀ ਨੇ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਲੋਕ ਨਾਇਕ ਪੁੱਛਿਆ ਗਿਆ। ਠੀਕ ਹੈ ਜੀ, ਤਾਂ ਬਾਲ ਗੰਗਾਧਰ ਤਿਲਕ ਨੂੰ ਕੀ ਕਿਹਾ ਜਾਂਦਾ ਸੀ? ਲੋਕ ਮਾਨਿਆ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖੋ, ਇੱਥੇ ਤੁਸੀਂ ਉਲਝੋਗੇ, ਤਾਂ ਕਰਕੇ ਇਹ ਜਿਹੜਾ ਇਹ ਐਗਜ਼ਾਮੀਨਰ ਨੇ ਕੁਐਸਚਨ ਇਹ ਪੁੱਟ ਕੀਤਾ। ਠੀਕ ਹੈ ਜੀ, ਇਹੋ ਜਿਹੇ ਕੁਐਸਚਨ ਪੁੱਟ ਕੀਤੇ ਜਾਂਦੇ ਨੇ। ਲੋਕ ਮਾਨਿਆ ਕਿਹਾ ਜਾਂਦਾ ਬਾਲ ਗੰਗਾਧਰ ਤਿਲਕ ਨੂੰ। ਤਾਂ ਜਿਹੜਾ ਆਪਣੇ ਕੋਲ ਬਚਦਾ ਉਹ ਹੈਗਾ ਆਪਣੇ ਜੈ ਪ੍ਰਕਾਸ਼ ਨਾਰਾਇਣ। ਤਾਂ ਜੈ ਪ੍ਰਕਾਸ਼ ਨਾਰਾਇਣ ਨੂੰ ਕਿਹਾ ਜਾਂਦਾ ਲੋਕ ਨਾਇਕ, ਇਹ ਯਾਦ ਰੱਖਿਓ, ਜੈ ਪ੍ਰਕਾਸ਼ ਨਾਰਾਇਣ ਨੂੰ। ਅਤੇ ਬਾਲ ਗੰਗਾਧਰ ਤਿਲਕ ਨੂੰ ਕਿਹਾ ਜਾਂਦਾ ਲੋਕ ਮਾਨਿਆ। ਠੀਕ ਹੈ ਜੀ, ਤਾਂ ਵੱਲਭ ਭਾਈ ਪਟੇਲ ਨੂੰ ਆਪਾਂ ਕਹਿ ਦਿੰਦੇ ਹਾਂ ਲੌਹ ਪੁਰਸ਼ ਵੀ ਕਿਹਾ ਜਾਂਦਾ, ਆਇਰਨ ਮੈਨ। ਠੀਕ ਹੈ ਜੀ, ਤਾਂ ਬਹੁਤ ਇਹਨਾਂ ਦੇ ਹੋਰ ਵੀ ਕਈ ਨਾਮ ਨੇ। ਤਾਂ ਆਨਸਰ ਨੰਬਰ ਇਹਦਾ ਆਊਗਾ 2 ਜੈ ਪ੍ਰਕਾਸ਼ ਨਾਰਾਇਣ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਭਾਰਤ ਦੇ ਨੈਪੋਲੀਅਨ ਵਜੋਂ ਕਿਸ ਨੂੰ ਜਾਣਿਆ ਜਾਂਦਾ? ਹੂ ਇਜ਼ ਨੋਨ ਐਜ਼ ਦੀ ਨੈਪੋਲੀਅਨ ਆਫ ਇੰਡੀਆ? ਸਮੁੰਦਰਗੁਪਤ, ਅਮੀਰ ਖੁਸਰੋ, ਕਾਲੀਦਾਸ, ਜਾਂ ਸੁਭਾਸ਼ ਚੰਦਰ ਬੋਸ? ਭਾਰਤ ਦਾ ਨੈਪੋਲੀਅਨ ਕਿਸ ਨੂੰ ਕਿਹਾ ਜਾਂਦਾ? ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ। ਠੀਕ ਹੈ ਜੀ, ਤਾਂ ਇਹ ਕਿਹਾ ਜਾਂਦਾ ਆਪਣੇ ਸਮੁੰਦਰਗੁਪਤ ਨੂੰ। ਠੀਕ ਹੈ ਜੀ, ਸਮੁੰਦਰਗੁਪਤ ਨੂੰ ਕਿਹਾ ਜਾਂਦਾ, ਜਿਹੜਾ ਕਿ ਗੁਪਤ ਡਾਇਨੈਸਟੀ ਦਾ ਇੱਕ ਬਹੁਤ ਮਹਾਨ ਸ਼ਾਸਕ ਹੈ। ਠੀਕ ਹੈ ਜੀ, ਇਹਨੇ ਗੋਲਡ ਅਤੇ ਸਿਲਵਰ ਦੇ ਸਿੱਕੇ ਵੀ ਚਲਾਏ ਸੀ। ਠੀਕ ਹੈ ਜੀ, ਤਾਂ ਵੀਣਾ ਵੀ ਇਹ ਵਜਾਉਂਦਾ ਹੈ। ਤਾਂ ਕਿ ਕਈ ਸਿੱਕਿਆਂ ਦੇ ਉੱਤੇ ਮਤਲਬ ਜਿਹੜੀ ਵੀਣਾ ਵਜਾਉਂਦੇ ਜਿਹਦੀ ਪਿਕ ਇਹਦੀ ਫੋਟੋ ਜਿਵੇਂ ਆਪਾਂ ਦੇਖਦੇ ਹਾਂ। ਠੀਕ ਹੈ ਜੀ, ਇਹ ਵੀਣਾ ਦੇ ਨਾਲ ਵੀ ਤੁਸੀਂ ਇਹਨੂੰ ਯਾਦ ਰੱਖਿਓ। ਠੀਕ ਹੈ ਜੀ, ਸਮੁੰਦਰਗੁਪਤ ਹੈ।
ਤਾਂ ਇਹਨੂੰ ਕਿਹਾ ਜਾਂਦਾ ਕਵਿਰਾਜ ਧਿਰਾਜ ਵੀ ਇਹਨੂੰ ਕਿਹਾ ਜਾਂਦਾ, ਠੀਕ ਹੈ ਜੀ। ਤਾਂ ਸਮੁੰਦਰ ਗੁਪਤ ਦਾ ਆਨਸਰ ਆਊਗਾ, ਆਨਸਰ ਨੰਬਰ 1 ਆਊਗਾ, ਠੀਕ ਹੈ ਜੀ। ਤਾਂ ਬਾਕੀ ਬਾਰੇ ਵੀ ਆਪਾਂ ਪੜ੍ਹਦੇ ਹਾਂ। ਤਾਂ ਜਿਹੜਾ ਅਮੀਰ ਖੁਸਰੋ ਇਹਨੂੰ ਕੀ ਕਿਹਾ ਜਾਂਦਾ, ਇਹਨੂੰ ਕਿਹਾ ਜਾਂਦਾ ਤੋਤਾ ਏ ਹਿੰਦ, ਤੋਤਾ ਏ ਹਿੰਦ, ਠੀਕ ਹੈ ਜੀ। ਤੁਹਾਨੂੰ ਪੁੱਛਿਆ ਜਾਂਦਾ, ਬਹੁਤ ਵਾਰ ਪੁੱਛਿਆ ਗਿਆ ਇਹ, ਠੀਕ ਹੈ ਜੀ। ਤਾਂ ਤੋਤਾ ਏ ਹਿੰਦ ਕਿਹਨੂੰ ਕਿਹਾ ਜਾਂਦਾ, ਉਹ ਕਿਹਾ ਜਾਂਦਾ ਅਮੀਰ ਖੁਸਰੋ ਨੂੰ, ਇਹ ਵੀ ਤੁਸੀਂ ਯਾਦ ਰੱਖਿਓ। ਕਾਲੀਦਾਸ ਨੂੰ ਕੀ ਕਿਹਾ ਜਾਂਦਾ, ਸ਼ੇਕਸਪੀਅਰ ਆਫ ਇੰਡੀਆ। ਸੁਭਾਸ਼ ਚੰਦਰ ਬੋਸ ਨੂੰ ਕਿਹਾ ਜਾਂਦਾ ਨੇਤਾ ਜੀ, ਠੀਕ ਹੈ ਜੀ। ਤਾਂ ਨੇਤਾ ਜੀ ਬਾਰੇ ਵੀ ਤੁਹਾਨੂੰ ਪੁੱਛ ਸਕਦੇ ਨੇ ਕਿ ਨੇਤਾ ਜੀ ਕਿਹਨੂੰ ਕਿਹਾ ਜਾਂਦਾ, ਤਾਂ ਉਹ ਕਿਹਾ ਜਾਂਦਾ ਸੁਭਾਸ਼ ਚੰਦਰ ਬੋਸ ਨੂੰ। ਤਾਂ ਇਹ ਤੁਸੀਂ ਯਾਦ ਰੱਖਿਓ। ਤਾਂ ਇਹਦਾ ਜਿਹੜਾ ਆਨਸਰ ਆਊ, ਆਨਸਰ ਨੰਬਰ 1 ਸਮੁੰਦਰ ਗੁਪਤ। ਇਹਨਾਂ ਵਿੱਚੋਂ ਸਭ ਤੋਂ ਡੂੰਘਾ ਮਹਾਸਾਗਰ ਹੈ, ਵਿਚ ਆਫ ਦੀ ਫੋਲੋਇੰਗ ਇਜ਼ ਦ ਡੀਪੈਸਟ ਓਸ਼ੀਅਨ, ਪੈਸੀਫਿਕ, ਆਰਕਟਿਕ, ਇੰਡੀਅਨ ਜਾਂ ਅਟਲਾਂਟਿਕ। ਤਾਂ ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 1 ਆਊਗਾ, ਠੀਕ ਹੈ ਜੀ। ਪੈਸੀਫਿਕ, ਇਹਦਾ ਜਿਹੜਾ ਹੈਗਾ ਡੂੰਘਾਈ ਵਾਲਾ ਪੁਆਇੰਟ ਹੈ ਉਹਦਾ ਨਾਮ ਹੈ ਮਰੀਆਨਾ ਟ੍ਰੈਂਚ, ਠੀਕ ਹੈ ਜੀ। ਤਾਂ ਮਰੀਆਨਾ ਟ੍ਰੈਂਚ, ਅੱਗੇ ਵੀ ਤੁਹਾਨੂੰ ਫਰਦਰ ਅੱਗੇ ਪੁੱਛ ਸਕਦੇ ਨੇ, ਠੀਕ ਹੈ ਜੀ। ਤਾਂ ਮਰੀਆਨਾ ਟ੍ਰੈਂਚ ਪੈਸੀਫਿਕ ਓਸ਼ਨ ਦਾ ਸਭ ਤੋਂ ਡੂੰਘਾ ਪੁਆਇੰਟ ਹੈ, ਠੀਕ ਹੈ ਜੀ। ਤਾਂ ਆਰਕਟਿਕ ਸਭ ਤੋਂ ਠੰਡਾ ਹੈਗਾ, ਕੋਲਡੈਸਟ ਜਿਹਨੂੰ ਆਪਾਂ ਕਹਿ ਸਕਦੇ ਹਾਂ। ਇੰਡੀਅਨ ਸਭ ਤੋਂ ਹੌਟੈਸਟ ਹੈ, ਠੀਕ ਹੈ ਜੀ। ਇੰਡੀਅਨ ਓਸ਼ਨ ਹੈ ਜਿਹੜਾ, ਇਹਨੂੰ ਸਭ ਤੋਂ ਹੌਟੈਸਟ ਕਿਹਾ ਜਾਂਦਾ। ਤਾਂ ਇਹ ਤੁਸੀਂ ਯਾਦ ਰੱਖਿਓ, ਬਹੁਤ ਇੰਪੋਰਟੈਂਟ ਕੁਐਸਚਨ ਹੈ, ਆਨਸਰ ਨੰਬਰ 1 ਆਊ। ਇਹਨਾਂ ਵਿੱਚੋਂ ਕਿਹੜਾ ਅਨੁਵਾਦਕ ਹੈ ਜਿਹੜਾ ਉੱਚ ਪੱਧਰ ਭਾਸ਼ਾ ਨੂੰ ਮਸ਼ੀਨੀ ਭਾਸ਼ਾ ਵਿੱਚ ਇੱਕ ਇੱਕ ਕਤਾਰ ਰਾਹੀਂ ਅਨੁਵਾਦ ਕਰਦਾ ਹੈ। ਵਿਚ ਆਫ ਦੀ ਫੋਲੋਇੰਗ ਇਜ਼ ਅ ਟਰਾਂਸਲੇਟਰ ਦੈਟ ਟਰਾਂਸਲੇਟ ਅ ਹਾਈ ਲੈਵਲ ਲੈਂਗੁਏਜ ਇਨਟੂ ਮਸ਼ੀਨ ਲੈਂਗੁਏਜ ਲਾਈਨ ਬਾਈ ਲਾਈਨ। ਤਾਂ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਬਹੁਤ ਵਾਰ ਪੁੱਛਿਆ ਗਿਆ, ਕੰਪਿਊਟਰ ਦੇ ਵਿੱਚ ਉਹੀ ਕੁਐਸਚਨ ਤੁਹਾਡਾ ਪੁੱਛਿਆ ਗਿਆ, ਠੀਕ ਹੈ ਜੀ। ਤਾਂ ਇਹ ਜਿਹੜੇ ਸਾਰੀ ਮਤਲਬ ਇੱਕ ਤਰ੍ਹਾਂ ਦੇ ਇਹ ਜਿਹੜੇ ਤਿੰਨੋਂ ਤੁਹਾਨੂੰ ਦਿੱਤੇ ਗਏ ਨੇ, ਇਹ ਟਰਾਂਸਲੇਟਰ ਨੇ, ਇਹ ਅਨੁਵਾਦਕ ਹੀ ਨੇ ਤਿੰਨੋਂ, ਠੀਕ ਹੈ ਜੀ। ਤਾਂ ਜਿਹੜਾ ਇਹਦੇ ਵਿੱਚ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜਾ ਕੰਪਾਈਲਰ ਹੈ ਇਹ ਤਾਂ 1 ਗੋ ਦੇ ਵਿੱਚ ਕਰ ਦਿੰਦਾ, ਉੱਥੇ ਤੁਹਾਨੂੰ ਲਿਖਿਆ ਮਿਲੂਗਾ 1 ਗੋ, ਮਤਲਬ ਇੱਕੋ ਵਾਰ 'ਚ ਸਾਰਾ ਪ੍ਰੋਗਰਾਮ ਟਰਾਂਸਲੇਟ ਕਰਦਾ ਹਾਈ ਲੈਵਲ ਤੋਂ ਮਸ਼ੀਨ ਦੇ ਵਿੱਚ, ਉਹ ਕਰਦਾ ਕੰਪਾਈਲਰ। ਤਾਂ ਇਹਦੇ ਵਿੱਚ ਆਪਾਂ ਨੂੰ ਕੀ ਪੁੱਛਿਆ ਗਿਆ, ਇੱਕ ਕਤਾਰ ਰਾਹੀਂ, ਠੀਕ ਹੈ ਜੀ, ਯਾਨੀ ਕਿ ਲਾਈਨ ਬਾਈ ਲਾਈਨ। ਤਾਂ ਲਾਈਨ ਬਾਈ ਲਾਈਨ ਕਿਹੜਾ ਕਰਦਾ, ਇੰਟਰਪ੍ਰੇਟਰ। ਇਹ ਯਾਦ ਰੱਖਿਓ, ਬਹੁਤ ਇੰਪੋਰਟੈਂਟ ਕੁਐਸਚਨ ਹੈ, ਬਹੁਤ ਵਾਰ ਆਇਆ ਹੋਇਆ ਕੁਐਸਚਨ ਹੈ ਇਹ। ਇੰਟਰਪ੍ਰੇਟਰ ਹੈ ਜਿਹੜਾ ਇਹ ਮਤਲਬ ਇੱਕ ਲਾਈਨ ਬਾਈ ਲਾਈਨ ਅਨੁਵਾਦ ਕਰਦਾ ਹੈਗਾ ਹਾਈ ਲੈਵਲ ਲੈਂਗੁਏਜ ਤੋਂ ਮਸ਼ੀਨ ਲੈਂਗੁਏਜ ਦੇ ਵਿੱਚ। ਮਸ਼ੀਨ ਹੁੰਦੀ ਹੈ ਜਿਹੜੀ ਆਪਣੀ ਕੰਪਿਊਟਰ ਦੀ ਲੈਂਗੁਏਜ ਹੁੰਦੀ ਹੈ। ਇੱਕ ਅਸੈਂਬਲਰ ਹੁੰਦਾ, ਇਹ ਸਪੈਸ਼ਲ ਇੱਕ ਅਸੈਂਬਲੀ ਆਈ ਸੀ ਆਪਣੇ ਸੈਕਿੰਡ ਜਨਰੇਸ਼ਨ ਦੇ ਵਿੱਚ, ਅਸੈਂਬਲੀ ਲੈਂਗੁਏਜ। ਤਾਂ ਇਹ ਉਹਦੇ ਲਈ ਵਰਤਿਆ ਗਿਆ ਸੀਗਾ, ਅਸੈਂਬਲੀ ਲੈਂਗੁਏਜ ਨੂੰ ਕਰਦਾ ਸੀਗਾ ਇਹ ਮਸ਼ੀਨ ਲੈਂਗੁਏਜ ਦੇ ਵਿੱਚ। ਇਹ ਤੁਸੀਂ ਯਾਦ ਰੱਖਿਓ, ਠੀਕ ਹੈ ਜੀ। ਤਾਂ ਇਹਦਾ ਆਊਗਾ ਆਨਸਰ ਨੰਬਰ 2 ਆਊਗਾ, ਇੰਟਰਪ੍ਰੇਟਰ, ਜਿਹੜਾ ਲਾਈਨ ਬਾਈ ਲਾਈਨ ਕਰਦਾ। ਇਹਨਾਂ ਵਿੱਚੋਂ ਕਿਹੜਾ ਅੰਕ ਗਣਿਤ ਦਾ ਕੰਮ ਕਰਦਾ ਹੈ। ਵਿਚ ਆਫ ਦੀ ਫੋਲੋਇੰਗ ਇਜ਼ ਪਰਫਾਰਮ ਅਰਥਮੈਟਿਕ ਐਂਡ ਲੌਜੀਕਲ ਆਪਰੇਸ਼ਨਸ। CPU ਦੀ ਫੁੱਲ ਫਾਰਮ ਕੀ ਹੁੰਦੀ ਹੈ, ਸੈਂਟਰਲ ਪ੍ਰੋਸੈਸਿੰਗ ਯੂਨਿਟ, ਠੀਕ ਹੈ ਜੀ। ਅਰਥਮੈਟਿਕ ਐਂਡ ਲੌਜੀਕਲ ਯੂਨਿਟ, ਰੈਂਡਮ ਐਕਸੈਸ ਮੈਮਰੀ, ਅਤੇ ਇਹ ਆਪਣਾ ਰਜਿਸਟਰ, ਠੀਕ ਹੈ ਜੀ। ਤਾਂ ਇਹ ਤੁਹਾਨੂੰ ਪੁੱਛਿਆ ਜਾਊਗਾ। ਤਾਂ ਜੇ ਤੁਹਾਨੂੰ ਪੁੱਛਿਆ ਜਾਵੇ ਕਿ ਸਭ ਤੋਂ ਫਾਸਟੈਸਟ ਮੈਮਰੀ ਕਿਹੜੀ ਹੈ, ਤਾਂ ਉਹ ਹੈਗੀ ਆਪਣੀ ਰਜਿਸਟਰ, ਠੀਕ ਹੈ ਜੀ। ਤਾਂ ਰਜਿਸਟਰ ਸਭ ਤੋਂ ਫਾਸਟੈਸਟ ਮੈਮਰੀ ਹੈ। ਇੱਕ ਪੁੱਛਿਆ ਜਾਂਦਾ ਤੁਹਾਨੂੰ ਵੋਲੇਟਾਈਲ ਮੈਮਰੀ, ਠੀਕ ਹੈ ਜੀ। ਇੱਕ ਤਾਂ ਹੁੰਦੀ ਹੈ ਨੋਨ ਵੋਲੇਟਾਈਲ, ਇੱਕ ਹੁੰਦੀ ਹੈ ਵੋਲੇਟਾਈਲ। ਤਾਂ ਇਹ ਸ਼ਬਦ ਬਹੁਤ ਯੂਜ਼ ਕੀਤਾ ਜਾਂਦਾ, ਠੀਕ ਹੈ ਜੀ। ਤਾਂ ਵੋਲੇਟਾਈਲ ਜਿਹੜੀ ਮੈਮਰੀ ਹੁੰਦੀ ਹੈ, ਉਹਦਾ ਮਤਲਬ ਇਹ ਹੁੰਦਾ ਕਿ ਜਿੰਨਾ ਟਾਈਮ ਕੰਪਿਊਟਰ ਔਨ ਹੈ ਉਨਾ ਟਾਈਮ ਇਹ ਮੈਮਰੀ ਚੱਲਦੀ ਹੈ, ਜਦੋਂ ਕੰਪਿਊਟਰ ਆਫ ਕਰਤਾ ਤਾਂ ਸਾਰਾ ਇਹਦੇ ਵਿੱਚ ਜਿਹੜਾ ਡਾਟਾ ਹੁੰਦਾ ਉਹ ਇਰੇਜ਼ ਹੋ ਜਾਂਦਾ। ਤਾਂ ਇਹ ਰੈਮ ਹੈ, ਇਹ ਵੋਲੇਟਾਈਲ ਮੈਮਰੀ ਹੈ। ਰਜਿਸਟਰ ਸਭ ਤੋਂ ਫਾਸਟੈਸਟ ਹੈ, ਠੀਕ ਹੈ ਜੀ। ਤਾਂ CPU ਨੂੰ ਆਪਾਂ ਕੰਪਿਊਟਰ ਦਾ ਦਿਮਾਗ ਕਹਿ ਦਿੰਦੇ ਹਾਂ, ਠੀਕ ਹੈ ਜੀ, ਸੈਂਟਰਲ ਪ੍ਰੋਸੈਸਿੰਗ ਯੂਨਿਟ ਨੂੰ। ਤਾਂ ਇਹਦਾ ਜਿਹੜਾ ਆਨਸਰ ਆਊਗਾ ਇਹ ਆਊਗਾ ALU ਜਿਹੜਾ ਹੁੰਦਾ ਇਹ CPU ਦੇ ਵਿੱਚ ਹੀ ਹੁੰਦਾ, ਠੀਕ ਹੈ ਜੀ। ਕਈ ਵਾਰ ਤੁਹਾਨੂੰ ALU ਆਪਸ਼ਨ ਦੇ ਵਿੱਚ ਨਾ ਮਿਲੇ ਤਾਂ CPU ਆਨਸਰ ਆ ਜਾਊਗਾ, ਠੀਕ ਹੈ ਜੀ, ਕਿਉਂਕਿ ਇਹ CPU ਦੇ ਵਿੱਚ ਹੁੰਦਾ। ਅਰਥਮੈਟਿਕ ਐਂਡ ਲੌਜੀਕਲ ਯੂਨਿਟ ਦਾ ਇਹਦਾ ਕੰਮ ਸਿਰਫ ਇਹ ਹੁੰਦਾ ਕਿ ਜਿਹੜੇ ਲੌਜੀਕਲ ਆਪਰੇਸ਼ਨ ਕਰਦੇ ਨੇ, ਅਰਥਮੈਟਿਕ ਮਤਲਬ ਪਲੱਸ ਮਾਈਨਸ, ਭਾਗ, ਗੁਣਾ, ਠੀਕ ਹੈ ਜੀ, ਇਹ ਸਾਰੇ ਆਪਰੇਸ਼ਨ ALU ਕਰਦਾ। ਇਹ ਯਾਦ ਰੱਖਿਓ ਤੁਸੀਂ। ਤਾਂ ਆਨਸਰ ਨੰਬਰ 2 ਆਊਗਾ ਇਹਦਾ। ਅਤੇ ਇਹਦੀ ਫੁੱਲ ਫਾਰਮ ਯਾਦ ਰੱਖਿਓ, ਅਰਥਮੈਟਿਕ ਐਂਡ ਲੌਜੀਕਲ ਯੂਨਿਟ। ਤਾਂ ਇਹ ਬਹੁਤ ਵਾਰ ਪੁੱਛਿਆ ਜਾਂਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਮੈਕਾਲ ਰੇਂਜ ਕਿਹੜੇ ਰਾਜ ਵਿੱਚ ਸਥਿਤ ਹੈ। ਮੈਕਾਲ ਰੇਂਜ ਇਜ਼ ਸਿਚੁਏਟਡ ਇਨ ਵਿਚ ਸਟੇਟ। ਵੈਸਟ ਬੰਗਾਲ, ਉੱਤਰ ਪ੍ਰਦੇਸ਼, ਬਿਹਾਰ ਜਾਂ ਛੱਤੀਸਗੜ੍ਹ। ਮੈਕਾਲ ਰੇਂਜ ਯਾਨੀ ਕਿ ਇੱਕ ਮਾਊਂਟੇਨ ਰੇਂਜ ਹੈ, ਠੀਕ ਹੈ ਜੀ, ਪਹਾੜਾਂ ਦੀ ਇੱਕ ਲੜੀ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ। ਤਾਂ ਇਹ ਕਿੱਥੇ ਸਥਿਤ ਹੈ, ਤਾਂ ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 4 ਆਊਗਾ, ਛੱਤੀਸਗੜ੍ਹ ਦੇ ਵਿੱਚ ਸਥਿਤ ਹੈ, ਠੀਕ ਹੈ ਜੀ। ਤਾਂ ਇਹ ਜਿਹੜੇ ਰੇਅਰ ਕੁਐਸਚਨ ਨੇ, ਮੋਡਰੇਟ ਕੁਐਸਚਨ ਨੇ। ਅੱਜ ਤੋਂ ਬਾਅਦ ਜਿਹੜੇ ਆਪਣੀ ਸੀਰੀਜ਼ ਦੇ ਵਿੱਚ ਤੁਹਾਨੂੰ ਕੁਐਸਚਨ ਦੇਖਣ ਨੂੰ ਮਿਲਣਗੇ ਉਹ ਇਹੋ ਜਿਹੇ ਕੁਐਸਚਨ ਹੀ ਦੇਖਣ ਨੂੰ ਮਿਲਣਗੇ, ਕਿਉਂਕਿ ਆਪਾਂ ਕੰਪੀਟੀਸ਼ਨ ਦੇ ਹਿਸਾਬ ਨਾਲ ਚੱਲ ਰਹੇ ਹਾਂ। ਕੰਪੀਟੀਸ਼ਨ ਦਾ ਯੁੱਗ ਬਹੁਤ ਮਤਲਬ ਹਾਈ ਹੋ ਗਿਆ।
ਤਾਂ ਜਿਹੜੇ ਕੁਐਸਚਨ ਨੇ ਉਹ ਵੀ ਬਹੁਤ ਮੋਡਰੇਟ ਲੈਵਲ ਦੇ ਆਉਣ ਲੱਗ ਗਏ। ਤਾਂ ਇਹ ਕੁਐਸਚਨ ਜੇਕਰ ਤੁਸੀਂ ਅਟੈਂਪਟ ਕਰੋਗੇ ਤਾਂ ਤੁਸੀਂ ਪੇਪਰ ਦੇ ਵਿੱਚ ਕਦੇ ਵੀ ਮਾਰ ਨਹੀਂ ਖਾਓਗੇ, ਠੀਕ ਹੈ ਜੀ। ਤਾਂ ਆਪਣੇ ਸਾਰੇ ਸੈਸ਼ਨ ਤੁਸੀਂ ਅਟੈਂਡ ਕਰਿਓ, ਮਿਸ ਨਾ ਕਰਿਓ। ਲੂਸੈਂਟ ਜੀਕੇ ਦੇ ਹੁਣ ਆਪਾਂ 2 ਸੈਸ਼ਨ ਲੈ ਕੇ ਆਇਆ ਕਰਾਂਗੇ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ, ਠੀਕ ਹੈ ਜੀ। ਤਾਂ ਇਹਦਾ ਆਨਸਰ ਆਊਗਾ ਆਨਸਰ ਨੰਬਰ 4 ਛੱਤੀਸਗੜ੍ਹ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਵਿੰਧਿਆ ਪਰਬਤ ਲੜੀ ਦੀ ਉੱਚੀ ਚੋਟੀ ਕਿਹੜੀ ਹੈ? ਵਿਚ ਇਜ਼ ਦੀ ਹਾਈਐਸਟ ਪੁਆਇੰਟ ਆਫ ਵਿੰਧਿਆ ਰੇਂਜ। ਵਿੰਧਿਆ ਰੇਂਜ ਮਤਲਬ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ ਜੀ। ਤਾਂ ਇਹਦੀ ਜਿਹੜੀ ਹਾਈਐਸਟ ਪੁਆਇੰਟ ਉੱਚੀ ਚੋਟੀ ਸਭ ਤੋਂ, ਗੁਰੂ ਸ਼ਿਖਰ, ਕਾਲੂਮਾਰ ਪੀਕ, ਧੁੱਪਗੜ੍ਹ ਜਾਂ ਦੋਦਾ ਬੇਟਾ। ਤਾਂ ਇਹਨਾਂ ਬਾਰੇ ਵੀ ਆਪਾਂ ਪੜ੍ਹਾਂਗੇ। ਜਿਵੇਂ ਕਿ ਗੁਰੂ ਸ਼ਿਖਰ ਹੈ, ਠੀਕ ਹੈ ਜੀ। ਤਾਂ ਗੁਰੂ ਸ਼ਿਖਰ ਕਿਹਦੀ ਉੱਚੀ ਚੋਟੀ ਹੈ? ਇਹ ਹੈਗੀ ਆਪਣੀ ਅਰਾਵਲੀ ਦੀ। ਅਰਾਵਲੀ ਰਾਜਸਥਾਨ ਦੇ ਵਿੱਚ ਜਿਹੜੀ ਪਰਬਤ ਲੜੀ ਪਾਈ ਜਾਂਦੀ ਹੈ। ਤਾਂ ਅਰਾਵਲੀ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ? ਗੁਰੂ ਸ਼ਿਖਰ, ਠੀਕ ਹੈ ਜੀ। ਤਾਂ ਇਹਦਾ ਜਿਹੜਾ ਆਨਸਰ ਆਊਗਾ ਉਹ ਆਊਗਾ ਕਾਲੂਮਾਰ ਪੀਕ, ਠੀਕ ਹੈ ਜੀ। ਕਾਲੂਮਾਰ ਪੀਕ ਨੂੰ ਆਪਾਂ ਗੁੱਡਵਿਲ ਪੀਕ ਵੀ ਕਹਿ ਦਿੰਦੇ ਹਾਂ, ਗੁੱਡਵਿਲ ਵੀ ਕਹਿ ਦਿੰਦੇ ਹਾਂ ਇਹਨੂੰ। ਤਾਂ ਇਹ ਵੀ ਤੁਸੀਂ ਯਾਦ ਰੱਖੋ, ਕਈ ਵਾਰ ਤੁਹਾਨੂੰ ਆਪਸ਼ਨ ਦੇ ਵਿੱਚ ਗੁੱਡਵਿਲ ਆ ਜਾਂਦਾ। ਤਾਂ ਗੁੱਡਵਿਲ ਪੀਕ ਵੀ ਕਹਿ ਦਿੰਦੇ ਹਾਂ, ਕਾਲੂਮਾਰ ਪੀਕ ਵੀ ਕਹਿ ਦਿੰਦੇ ਹਾਂ। ਤਾਂ ਇਹ ਵਿੰਧਿਆ ਰੇਂਜ ਦੀ ਉੱਚੀ ਚੋਟੀ ਹੈ। ਗੁਰੂ ਸ਼ਿਖਰ ਹੈ ਆਪਣੀ ਅਰਾਵਲੀ ਰਾਜਸਥਾਨ ਦੇ ਵਿੱਚ, ਠੀਕ ਹੈ ਜੀ। ਤਾਂ ਇੱਕ ਤੁਹਾਨੂੰ ਇਹਨਾਂ ਬਾਰੇ ਵੀ ਪਤਾ ਹੋਣਾ ਚਾਹੀਦਾ, ਜਿਹੜੀ ਸੱਤਪੁੜਾ ਰੇਂਜ ਆਪਣੀ, ਸੱਤਪੁੜਾ ਰੇਂਜ ਦੀ ਉੱਚੀ ਚੋਟੀ ਹੈ ਧੁੱਪਗੜ੍ਹ, ਠੀਕ ਹੈ ਜੀ। ਧੁੱਪਗੜ੍ਹ ਕਿੱਥੋਂ ਦੀ ਹੈ? ਸੱਤਪੁੜਾ ਰੇਂਜ ਦੀ। ਇਹ ਤੁਹਾਨੂੰ ਪੁੱਛਿਆ ਜਾਊਗਾ, ਬਹੁਤ ਇੰਪੋਰਟੈਂਟ ਕੁਐਸਚਨ ਤੁਹਾਡੇ ਲਈ ਬਣ ਜਾਂਦਾ ਹੈ। ਤਾਂ ਸੱਤਪੁੜਾ ਰੇਂਜ ਦੀ ਜਿਹੜੀ ਉੱਚੀ ਚੋਟੀ ਆ ਉਹਦਾ ਨਾਮ ਹੈ ਧੁੱਪਗੜ੍ਹ। ਦੋਦਾ ਬੇਟਾ ਕਿਹਦੀ ਹੈਗੀ? ਨੀਲਗਿਰੀ ਦੀ, ਨੀਲਗਿਰੀ, ਠੀਕ ਹੈ ਜੀ। ਤਾਂ ਨੀਲਗਿਰੀ ਬਾਰੇ ਵੀ ਬਹੁਤ ਪੁੱਛਿਆ ਜਾਂਦਾ, ਨੀਲਗਿਰੀ ਬਾਰੇ ਆਪਾਂ ਅੱਗੇ ਪੜ੍ਹਦੇ ਹਾਂ। ਤਾਂ ਨੀਲਗਿਰੀ ਦੀ ਉੱਚੀ ਚੋਟੀ ਹੈ ਦੋਦਾ ਬੇਟਾ। ਤਾਂ ਬਹੁਤ ਇੰਪੋਰਟੈਂਟ ਕੁਐਸਚਨ ਤੁਹਾਡਾ ਇਹ ਬਣ ਜਾਂਦਾ ਹੈ। ਤਾਂ ਆਨਸਰ ਨੰਬਰ 2 ਆਊਗਾ ਇਹਦਾ। ਵਿੰਧਿਆ ਰੇਂਜ ਦਾ ਪੁੱਛਿਆ ਆਪਾਂ ਨੂੰ। ਤਾਂ ਕਾਲੂਮਾਰ ਪੀਕ ਹੈ ਦੀ, ਠੀਕ ਹੈ ਜੀ। ਤਾਂ ਨੀਚੇ ਵੀ ਮੈਂ ਮੈਂਸ਼ਨ ਕੀਤਾ, ਆਲਸੋ ਨੋਨ ਐਜ਼ ਗੁੱਡਵਿਲ ਪੀਕ। ਗੁੱਡਵਿਲ ਕਿਹਨੂੰ ਕਿਹਾ ਜਾਂਦਾ? ਕਾਲੂਮਾਰ ਪੀਕ ਨੂੰ। ਤਾਂ ਆਨਸਰ ਨੰਬਰ 2 ਆਊਗਾ ਇਹਦਾ। ਅਗਲਾ ਕੁਐਸਚਨ ਹੀ ਆ ਗਿਆ, ਨੀਲਗਿਰੀ ਪਰਬਤ ਲੜੀ ਦੀ ਉੱਚੀ ਚੋਟੀ ਕਿਹੜੀ ਹੈ? ਵਿਚ ਇਜ਼ ਦੀ ਹਾਈਐਸਟ ਪੁਆਇੰਟ ਆਫ ਨੀਲਗਿਰੀ ਰੇਂਜ, ਠੀਕ ਹੈ ਜੀ। ਤਾਂ ਨੀਲਗਿਰੀ ਰੇਂਜ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਚੀਜ਼ ਦੀ ਗੱਲ ਕਰ ਰਹੇ ਹੈ। ਤਾਂ ਜਿਵੇਂ ਕਿ ਆਪਣਾ ਇੰਡੀਆ ਦਾ ਆਪਾਂ ਮੈਪ ਹੈ, ਠੀਕ ਹੈ ਜੀ। ਇੰਡੀਆ ਦਾ ਜਿਹੜਾ ਹੇਠਲਾ ਪਾਸਾ ਹੈ, ਜਿਵੇਂ ਆਪਾਂ ਇਹ ਦੇਖਦੇ ਹਾਂ, ਠੀਕ ਹੈ ਜੀ। ਤਾਂ ਇੱਧਰ ਆਪਣਾ ਆ ਗਿਆ ਸ਼੍ਰੀਲੰਕਾ, ਠੀਕ ਹੈ ਜੀ। ਤਾਂ ਇਹਦੇ ਬਾਰੇ ਆਪਾਂ ਦੇਖਦੇ ਹਾਂ। ਤਾਂ ਜਿਹੜਾ ਆਪਣਾ ਇਹ ਇੰਡੀਆ ਹੈ, ਇੱਧਰੋਂ ਆਪਣੀ ਵੈਸਟਰਨ ਘਾਟ ਆਉਂਦੀ ਹੈ, ਇੱਧਰੋਂ ਆਪਣੀ ਈਸਟਰਨ ਘਾਟ ਆਉਂਦੀ ਹੈ। ਤਾਂ ਇੱਥੇ ਇਹ ਦੋਨੇ ਆ ਕੇ ਮਿਲ ਜਾਂਦੀਆਂ ਨੇ। ਤਾਂ ਜਿੱਥੇ ਇਹ ਆ ਕੇ ਪੁਆਇੰਟ ਇਹ ਮਿਲਦਾ ਉਹਨੂੰ ਕਿਹੜੀ ਰੇਂਜ ਕਿਹਾ ਜਾਂਦਾ? ਉਹਨੂੰ ਕਿਹਾ ਜਾਂਦਾ ਨੀਲਗਿਰੀ ਰੇਂਜ। ਇਹ ਨੀਲਗਿਰੀ ਰੇਂਜ ਆਪਣੀ। ਤਾਂ ਇਹਦੀ ਉੱਚੀ ਚੋਟੀ ਆਪਾਂ ਨੂੰ ਪੁੱਛ ਰਹੇ ਨੇ। ਤਾਂ ਇਹ ਆਪਣਾ ਹੋ ਗਿਆ ਵੈਸਟਰਨ ਘਾਟ, ਇਹ ਹੋ ਗਿਆ ਆਪਣਾ ਈਸਟਰਨ ਘਾਟ। ਤਾਂ ਇਹ ਦੋਨੋਂ ਆ ਕੇ ਇੱਥੇ ਪੁਆਇੰਟ 'ਤੇ ਮੀਟ ਕਰਦੇ ਨੇ। ਤਾਂ ਇੱਥੇ ਇਹ ਜਿਹੜੀ ਰੇਂਜ ਬਣਦੀ ਹੈ ਉਹਨੂੰ ਕਹਿੰਦੇ ਆਪਾਂ ਨੀਲਗਿਰੀ ਰੇਂਜ। ਤਾਂ ਇਹਦੀ ਉੱਚੀ ਚੋਟੀ ਪੁੱਛਿਆ ਗਿਆ ਆਪਾਂ ਨੂੰ। ਤਾਂ ਇਹਦਾ ਨਾਮ ਹੈ ਦੋਦਾ ਬੇਟਾ, ਠੀਕ ਹੈ ਜੀ। ਪਿੱਛੇ ਵੀ ਆਪਾਂ ਕਰਕੇ ਆਏ ਹਾਂ। ਤਾਂ ਦੋਦਾ ਬੇਟਾ ਇਹਦੀ ਉੱਚੀ ਚੋਟੀ ਹੈ ਨੀਲਗਿਰੀ ਰੇਂਜ ਦੀ। ਤਾਂ ਇਹ ਬਹੁਤ ਵਾਰ ਪੁੱਛਿਆ ਜਾਂਦਾ ਉੱਚੀਆਂ ਚੋਟੀਆਂ, ਹਰ ਵਾਰ ਇਹ ਤੁਹਾਨੂੰ ਕੁਐਸਚਨ ਆਉਂਦਾ। ਤਾਂ ਆਨਸਰ ਨੰਬਰ 4 ਆਊਗਾ ਇਹਦਾ। ਬਹੁਤ ਇੰਪੋਰਟੈਂਟ ਕੁਐਸਚਨ ਹੈ। ਇਹਨਾਂ ਵਿੱਚੋਂ ਕਿਹੜੀ ਸੂਚੀ ਭਾਰਤ ਦੀਆਂ ਅਧਿਕਾਰਤ ਭਾਸ਼ਾਵਾਂ ਨਾਲ ਸੰਬੰਧਿਤ ਹੈ? ਵਿਚ ਸਕੈਡਿਊਲ ਇਜ਼ ਰਿਲੇਟਡ ਟੂ ਆਫੀਸ਼ੀਅਲ ਲੈਂਗੁਏਜ, ਠੀਕ ਹੈ ਜੀ। ਸੰਵਿਧਾਨ ਦੇ ਵਿੱਚ ਆਪਣੀਆਂ ਟੋਟਲ 22 ਆਫੀਸ਼ੀਅਲ ਲੈਂਗੁਏਜ ਦਾ ਉਲੇਖ ਕੀਤਾ ਗਿਆ। ਤਾਂ ਇਹਨਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਸਕੈਡਿਊਲ ਜਿਹੜਾ ਤੁਹਾਨੂੰ ਪੁੱਛ ਸਕਦੇ ਨੇ, ਸ਼ਡਿਊਲ ਜਿਹੜੇ ਆਪਾਂ ਨੂੰ ਪਤਾ ਹੈ ਕਿ ਆਪਣੇ ਸੰਵਿਧਾਨ ਦੇ ਵਿੱਚ ਕਿੰਨੇ ਸਕੈਡਿਊਲ ਨੇ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਆਪਣੇ ਟੋਟਲ ਹੁਣ 12 ਸਕੈਡਿਊਲ, ਠੀਕ ਹੈ ਜੀ। ਤਾਂ 12 ਸਕੈਡਿਊਲ ਨੇ ਆਪਣੇ ਟੋਟਲ। ਤਾਂ ਇਹ ਆਪਾਂ ਨੂੰ ਉਹਦੇ ਬਾਰੇ ਪੁੱਛਿਆ ਗਿਆ। ਤਾਂ ਉਹ ਆਪਣਾ ਕਿਹੜੇ ਸਕੈਡਿਊਲ ਦੇ ਵਿੱਚ ਨੇ? ਤਾਂ ਆਨਸਰ ਨੰਬਰ 3 ਆਊਗਾ, 8ਵੇਂ ਸਕੈਡਿਊਲ ਦੇ ਵਿੱਚ ਨੇ, ਠੀਕ ਹੈ ਜੀ। ਤਾਂ ਪਹਿਲੇ ਦੇ ਵਿੱਚ ਕੀ ਹੈ? ਪਹਿਲੇ ਦੇ ਵਿੱਚ ਆਪਣੇ ਇੰਡੀਆ ਬਾਰੇ ਦੱਸਿਆ ਗਿਆ ਕਿ ਕਿੰਨੇ ਰਾਜ ਨੇ ਅਤੇ ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ, ਠੀਕ ਹੈ ਜੀ। ਸੈਕਿੰਡ ਦੇ ਵਿੱਚ ਤਨਖਾਹਾਂ ਅਤੇ ਭੱਤੇ ਅਲਾਊਂਸ, ਠੀਕ ਹੈ ਜੀ, ਉਹਨਾਂ ਬਾਰੇ ਦੱਸਿਆ ਗਿਆ। 7ਵੇਂ ਦੇ ਵਿੱਚ ਆਪਣੀ ਡਿਵੀਜ਼ਨ ਆਫ ਪਾਵਰ ਹੈ, ਜਿਹਦੇ ਵਿੱਚ ਆਪਣੀ ਸਟੇਟ ਲਿਸਟ, ਸੈਂਟਰ ਲਿਸਟ ਅਤੇ ਕੌਨਕਰੰਟ ਲਿਸਟ, ਠੀਕ ਹੈ ਜੀ। ਸੈਂਟਰ, ਸਟੇਟ ਅਤੇ ਕੌਨਕਰੰਟ ਲਿਸਟ, ਇਹ 3 ਲਿਸਟਾਂ ਦੇ ਵਿੱਚ ਆਪਣੀ ਪਾਵਰ ਹੈ ਜਿਹੜੀ ਉਹ ਵੰਡੀ ਹੋਈ ਹੈ। ਇਹ ਆਪਣੇ 7ਵੇਂ ਦੇ ਵਿੱਚ ਹੈ, ਠੀਕ ਹੈ ਜੀ। 8ਵੇਂ ਦੇ ਵਿੱਚ ਹੈ ਆਪਣਾ ਇਹਦਾ ਆਨਸਰ ਆਊਗਾ 3, 8ਵੇਂ ਸਕੈਡਿਊਲ ਦੇ ਵਿੱਚ ਹੈ, ਠੀਕ ਹੈ ਜੀ। ਤਾਂ ਟੋਟਲ ਆਪਣੇ 22 ਆਫੀਸ਼ੀਅਲ ਲੈਂਗੁਏਜ ਨੇ, ਠੀਕ ਹੈ। ਇਹ ਤੁਸੀਂ ਯਾਦ ਰੱਖਿਓ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਚਿਤੌੜਗੜ੍ਹ ਦਾ ਕੀਰਤੀ ਸਤੰਭ ਕਿਸ ਦੁਆਰਾ ਬਣਵਾਇਆ ਗਿਆ? ਕੀਰਤੀ ਸਤੰਭ ਚਿਤੌੜ ਵਾਜ਼ ਬਿਲਡ ਬਾਈ ਹੂਮ? ਰਾਣਾ ਸਾਂਗਾ, ਰਾਣਾ ਕੁੰਭਾ, ਅਕਬਰ ਜਾਂ ਸ਼ਾਹਜਹਾਂ? ਤਾਂ ਇਹ ਕੁਐਸਚਨ ਬਹੁਤ ਵਾਰ ਪੁੱਛਿਆ ਗਿਆ ਸਟੈਟਿਕ ਜੀਕੇ ਦੇ ਵਿੱਚੋਂ, ਠੀਕ ਹੈ ਜੀ। ਤਾਂ ਮੈਂ ਤੁਹਾਨੂੰ ਵਾਰ-ਵਾਰ ਰਿਕਮੈਂਡ ਕਰ ਰਿਹਾ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੀ ਸਟੈਟਿਕ ਜੀਕੇ ਕਵਰ ਕਰੋ, ਜੇਕਰ ਤੁਸੀਂ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ। ਜੇਕਰ ਤੁਹਾਡੀ ਸਟੈਟਿਕ ਜੀਕੇ ਕਵਰ ਨਹੀਂ ਹੈ ਤਾਂ ਤੁਹਾਡੀ ਤਿਆਰੀ ਬਿਲਕੁਲ ਵੀ ਨਹੀਂ ਹੈ, ਠੀਕ ਹੈ ਜੀ। ਤੁਹਾਡੀ ਤਿਆਰੀ ਬਹੁਤ ਅਧੂਰੀ ਹੈ, ਕਿਉਂਕਿ ਸਟੈਟਿਕ ਜੀਕੇ ਜਿਹੜੀ ਉਹ ਹਰ ਵਾਰ ਆਉਂਦੀ ਹੀ ਆਉਂਦੀ ਹੈ, ਠੀਕ ਹੈ ਜੀ। ਸਟੈਟਿਕ ਦਾ ਮਤਲਬ ਹੁੰਦਾ ਸਥਿਰ, ਜਿਹੜੀ ਚੀਜ਼ ਨੇ ਕਦੇ ਵੀ ਨਹੀਂ ਚੇਂਜ ਹੋਣਾ। ਤਾਂ ਇਹ ਜਿਹੜੀ ਉਹ ਚੀਜ਼ ਹੈ ਜਿਹੜੀ ਕਦੇ ਚੇਂਜ ਨਹੀਂ ਹੋਊ, ਜਿਹਦੀ ਤਿਆਰੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲਾਂ ਸਟੈਟਿਕ ਜੀਕੇ ਕਵਰ ਕਰੋ, ਉਸ ਤੋਂ ਬਾਅਦ ਫਰਦਰ ਆਪਣੇ ਸਾਰੇ ਸਬਜੈਕਟ ਤੁਸੀਂ ਪੜ੍ਹੋ। ਤਾਂ ਚਿਤੌੜਗੜ੍ਹ ਦਾ ਜਿਹੜਾ ਕੀਰਤੀ ਸਤੰਭ ਬਣਾਇਆ ਗਿਆ, ਇਹ ਬਣਾਇਆ ਗਿਆ ਰਾਣਾ ਕੁੰਭਾ ਦੇ ਦੁਆਰਾ। ਆਨਸਰ ਨੰਬਰ 2 ਆਊਗਾ। ਇਹ ਕੁਐਸਚਨ ਬਹੁਤ ਵਾਰ ਪੁੱਛਿਆ ਗਿਆ, ਠੀਕ ਹੈ ਜੀ। ਆਪਣੇ ਸੈਸ਼ਨ ਦੇ ਵਿੱਚ ਤੁਹਾਨੂੰ ਇੱਕ ਵੀ ਕੁਐਸਚਨ ਇਹੋ ਜਿਹਾ ਨਹੀਂ ਮਿਲੂ ਜਿਹੜਾ ਫਾਲਤੂ ਹੋਵੇ, ਜਿਹਦੇ ਨਾਲ ਤੁਹਾਡਾ ਟਾਈਮ ਵੇਸਟ ਹੋਵੇ।
ਤੁਸੀਂ ਖੁਦ ਚੈੱਕ ਕਰ ਸਕਦੇ ਹੋ, ਪੇਪਰ ਪ੍ਰੀਵੀਅਸ ਪੇਪਰ ਚੱਕ ਕੇ ਦੇਖ ਸਕਦੇ ਹੋ। ਤਾਂ ਇਹ ਕੁਐਸਚਨ ਬਹੁਤ ਵਾਰ ਪੁੱਛੇ ਗਏ ਨੇ, ਠੀਕ ਹੈ ਜੀ। ਤਾਂ ਆਨਸਰ ਨੰਬਰ 2 ਆਊਗਾ ਰਾਣਾ ਕੁੰਭਾ। ਸ਼ੇਰਸ਼ਾਹ ਸੂਰੀ ਦਾ ਅਸਲੀ ਨਾਮ ਕੀ ਸੀ? ਵਟ ਵਾਜ਼ ਦੀ ਸ਼ੇਰਸ਼ਾਹ ਸੂਰੀਜ਼ ਰੀਅਲ ਨੇਮ? ਠੀਕ ਹੈ ਜੀ। ਇਹ ਤੁਹਾਡਾ ਇੱਕ ਤਰ੍ਹਾਂ ਦਾ ਮੌਕ ਟੈਸਟ ਵੀ ਹੈ। ਜੇਕਰ ਤੁਸੀਂ ਇਹਦੀ ਰਿਵੀਜ਼ਨ ਕਰ ਰਹੇ ਹੋ, ਮੌਕ ਟੈਸਟ ਲਗਾ ਰਹੇ ਹੋ, ਤਾਂ ਇਹ ਸੀਰੀਜ਼ ਆਪਣੀਆਂ ਤੁਹਾਨੂੰ ਬਹੁਤ ਫਾਇਦਾ ਦੇਣਗੀਆਂ। ਤਾਂ ਪ੍ਰੀਵੀਅਸ ਜਿੰਨੀਆਂ ਵੀ ਸੀਰੀਜ਼ ਨੇ ਉਹ ਤੁਸੀਂ ਬੈਕ ਟੂ ਬੈਕ ਤੁਸੀਂ ਅਟੈਂਡ ਕਰਕੇ ਆਇਓ, ਇੱਕ ਵੀ ਸੀਰੀਜ਼ ਆਪਣੀ ਮਿਸ ਨਾ ਕਰਿਓ, ਠੀਕ ਹੈ ਜੀ। ਤਾਂ ਜਿਹੜਾ ਆਪਣਾ ਸ਼ੇਰਸ਼ਾਹ ਸੂਰੀ ਇਹਦਾ ਅਸਲੀ ਨਾਮ ਕੀ ਸੀ? ਸ਼ੇਰ ਸਿੰਘ, ਸ਼ਾਹਜਮਾਨ, ਸਿਕੰਦਰ ਜਾਂ ਫਰੀਦ? ਬਹੁਤ ਵਾਰ ਪੁੱਛਿਆ ਗਿਆ ਕੁਐਸਚਨ ਹੈ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3 ਆਊਗਾ। ਫਰੀਦ ਇਹਦਾ ਅਸਲੀ ਨਾਮ ਸੀਗਾ। ਸ਼ੇਰਸ਼ਾਹ ਸੂਰੀ ਜਿਹਨੇ ਆਪਣੀ ਗ੍ਰੈਂਡ ਟਰੰਕ ਰੋਡ, ਜਿਹਨੂੰ ਆਪਾਂ GT ਰੋਡ ਕਹਿੰਦੇ ਆ, ਤਾਂ GT ਰੋਡ ਕਿਹਨੇ ਬਣਵਾਈ ਸੀ? ਸ਼ੇਰਸ਼ਾਹ ਸੂਰੀ ਨੇ, ਠੀਕ ਹੈ ਜੀ। ਤਾਂ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ, ਆਨਸਰ ਨੰਬਰ 3 ਆਊਗਾ ਇਹਦਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, 1920 ਦੀ ਇੰਡੀਅਨ ਟ੍ਰੇਡ ਯੂਨੀਅਨ ਕਾਂਗਰਸ ਦਾ ਪਹਿਲਾ ਪ੍ਰਧਾਨ ਕੌਣ ਸੀ? ਹੂ ਵਾਜ਼ ਦੀ ਫਸਟ ਪ੍ਰੈਜ਼ੀਡੈਂਟ ਆਫ ਇੰਡੀਅਨ ਟ੍ਰੇਡ ਯੂਨੀਅਨ ਕਾਂਗਰਸ ਇਨ 1920? ਠੀਕ ਹੈ ਜੀ, 1920 ਦੇ ਵਿੱਚ। ਤਾਂ ਇਹ ਤੁਹਾਨੂੰ ਪੁੱਛਿਆ ਜਾਊਗਾ, ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ, ਠੀਕ ਹੈ ਜੀ। ਜਵਾਹਰ ਲਾਲ ਨਹਿਰੂ, ਲਾਲਾ ਲਾਜਪਤ ਰਾਏ, ਰਾਜਾ ਰਾਮ ਮੋਹਨ ਰਾਏ ਜਾਂ ਜਾਰਜ ਯੂਲ? ਤਾਂ ਰਾਜਾ ਰਾਮ ਮੋਹਨ ਰਾਏ ਬਾਰੇ ਆਪਾਂ ਜਾਣਦੇ ਹਾਂ, ਬ੍ਰਹਮੋ ਸਮਾਜ ਦੀ ਸਥਾਪਨਾ ਕੀਤੀ ਸੀ, ਠੀਕ ਹੈ ਜੀ। ਤਾਂ ਕਦੋਂ ਕੀਤੀ ਸੀ? 1828 ਦੇ ਵਿੱਚ। 1828 ਦੇ ਵਿੱਚ ਇਹਨਾਂ ਨੇ ਕੀਤੀ ਸੀਗੀ ਬ੍ਰਹਮੋ ਸਮਾਜ ਦੀ ਸਥਾਪਨਾ। 1829 ਦੇ ਵਿੱਚ ਇਹਨਾਂ ਨੇ ਸਤੀ ਪ੍ਰਥਾ 'ਤੇ ਬੈਨ ਲਗਾਇਆ ਸੀਗਾ, ਲਾਰਡ ਵਿਲੀਅਮ ਬੈਂਟਿਕ ਦੇ ਦਾ ਸਹਿਯੋਗ ਦੇ ਕੇ। ਇਹ ਵੀ ਤੁਸੀਂ ਯਾਦ ਰੱਖਿਓ, ਠੀਕ ਹੈ ਜੀ। ਲਾਲਾ ਲਾਜਪਤ ਰਾਏ ਬਾਰੇ ਆਪਾਂ ਜਾਣਦੇ ਹਾਂ, ਪੰਜਾਬ ਕੇਸਰੀ ਇਹਨਾਂ ਨੂੰ ਕਿਹਾ ਜਾਂਦਾ, ਠੀਕ ਹੈ ਜੀ। ਤਾਂ ਲਾਲਾ ਲਾਜਪਤ ਰਾਏ, ਤਾਂ ਜਿਨ੍ਹਾਂ ਨੇ ਰੌਲਟ ਐਕਟ ਦਾ ਵਿਰੋਧ ਕੀਤਾ ਸੀ ਲਾਠੀ ਲੱਗਣ ਦੇ ਨਾਲ, ਜਿਹੜੀ 1928 ਈਸਵੀ ਦੇ ਵਿੱਚ ਇਹਨਾਂ ਦੀ ਮਤਲਬ ਇਹ ਸ਼ਹੀਦੀ ਪ੍ਰਾਪਤ ਕਰ ਗਏ ਸੀਗੇ, ਠੀਕ ਹੈ ਜੀ। ਇਹਨਾਂ ਬਾਰੇ ਵੀ ਆਪਾਂ ਜਾਣਦੇ ਹਾਂ। ਜਵਾਹਰ ਲਾਲ ਨਹਿਰੂ ਬਾਰੇ ਜਾਣਦੇ ਹਾਂ, ਆਪਣੇ ਫਸਟ ਪ੍ਰਾਈਮ ਮਿਨਿਸਟਰ ਸੀ ਜਿਹੜੇ, ਠੀਕ ਹੈ ਜੀ। ਤਾਂ ਲਗਾਤਾਰ ਇਹ 4 ਵਾਰ ਜਿਹੜੇ ਪ੍ਰਧਾਨ ਮੰਤਰੀ ਬਣੇ ਸੀਗੇ ਜਵਾਹਰ ਲਾਲ ਨਹਿਰੂ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ ਜੀ। ਤਾਂ ਜਾਰਜ ਯੂਲ ਬਾਰੇ ਆਪਾਂ ਜਾਣਦੇ ਹਾਂ। ਜਾਰਜ ਯੂਲ ਆਪਣੇ ਜਿਹੜੇ ਕਾਂਗਰਸ ਦੇ ਅੰਗਰੇਜ਼ ਫਸਟ ਆਪਾਂ ਕਹਿ ਦਿੰਦੇ ਹਾਂ, ਅੰਗਰੇਜ਼ ਜਿਹੜਾ ਪ੍ਰੈਜ਼ੀਡੈਂਟ ਸੀ ਜਾਰਜ ਯੂਲ ਸੀਗੇ, ਠੀਕ ਹੈ ਜੀ। ਇਹ ਵੀ ਤੁਸੀਂ ਯਾਦ ਰੱਖਿਓ। ਤਾਂ ਇਹਦਾ ਜਿਹੜਾ ਆਨਸਰ ਆਊਗਾ, ਆਨਸਰ ਨੰਬਰ 2 ਆਊਗਾ, ਲਾਲਾ ਲਾਜਪਤ ਰਾਏ, ਠੀਕ ਹੈ ਜੀ। ਤਾਂ 1920 ਦੇ ਵਿੱਚ ਜਿਹੜਾ ਜਿਹੜਾ ਇੰਡੀਅਨ ਟ੍ਰੇਡ ਯੂਨੀਅਨ ਕਾਂਗਰਸ ਦਾ ਪਹਿਲਾ ਪ੍ਰੈਜ਼ੀਡੈਂਟ ਸੀ, ਉਹਦਾ ਨਾਮ ਸੀ ਲਾਲਾ ਲਾਜਪਤ ਰਾਏ। ਲਾਲਾ ਲਾਜਪਤ ਰਾਏ ਦੇ ਨਾਲ ਜਿੰਨੇ ਵੀ ਰਿਲੇਟਡ ਪੁਆਇੰਟ ਨੇ ਉਹ ਜ਼ਰੂਰ ਯਾਦ ਕਰਕੇ ਜਾਇਓ, ਕਿਉਂਕਿ ਬਹੁਤ ਕੁਐਸਚਨ ਆਉਂਦੇ ਨੇ। ਤਾਂ ਆਨਸਰ ਨੰਬਰ 2 ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਸਭ ਤੋਂ ਪਹਿਲਾ ਮਰਾਠਾ ਕੌਣ ਸੀ ਜਿਹਨੇ ਸਹਾਇਕ ਸੰਧੀ ਸਵੀਕਾਰ ਕੀਤੀ? ਠੀਕ ਹੈ ਜੀ। ਸਬਸਿਡਰੀ ਅਲਾਇੰਸ ਕਿਹਨੇ ਚਲਾਈ ਸੀ? ਇਹ ਲਾਰਡ ਵੈਲੇਸਲੀ ਨੇ, ਠੀਕ ਹੈ ਜੀ। ਤਾਂ ਲਾਰਡ ਵੈਲੇਸਲੀ ਸੀ ਜਿਹੜਾ, ਇਹ ਚਲਾਈ ਸੀ ਨੇ ਸਹਾਇਕ ਸੰਧੀ। ਤਾਂ ਇਹ ਬਹੁਤ ਇੰਪੋਰਟੈਂਟ ਹੈ। ਤਾਂ ਤੁਹਾਨੂੰ ਪੁੱਛਿਆ ਜਾਊਗਾ ਕਿ ਕਿਹਨੇ ਚਲਾਈ ਸੀ ਇਹ? ਤਾਂ ਲਾਰਡ ਵੈਲੇਸਲੀ ਨੇ, ਠੀਕ ਹੈ ਜੀ। ਸਬਸਿਡਰੀ ਅਲਾਇੰਸ। ਤਾਂ ਇੱਥੇ ਆਪਾਂ ਨੂੰ ਕੀ ਪੁੱਛਿਆ ਗਿਆ ਕਿ ਪਹਿਲਾ ਮਰਾਠਾ ਕੌਣ ਸੀ? ਤਾਂ ਕਿਉਂਕਿ ਮਰਾਠੇ ਵੀ ਅੱਗੇ ਮਤਲਬ ਸਬ ਡਿਵਾਈਡ ਕੀਤੇ ਹੋਏ ਸੀਗੇ, ਜਿਵੇਂ ਕਿ ਹੋਲਕਰ ਸੀ ਪੇਸ਼ਵਾ, ਸਿੰਧੀਆ ਗਾਇਕਵਾੜ, ਇਹ ਸਾਰੇ ਮਰਾਠੇ ਸੀ, ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਜਿਹੜੀ ਸਵੀਕਾਰ ਕੀਤੀ ਸੀ ਉਹ ਕੀਤੀ ਸੀ ਪੇਸ਼ਵਾ ਨੇ। ਅਤੇ ਕਈ ਵਾਰੀ ਜੇ ਤੁਹਾਨੂੰ ਇਹ ਪੁੱਛਿਆ ਕਿ ਸਭ ਤੋਂ ਲਾਸਟ 'ਤੇ ਕਿਹਨੇ ਸਵੀਕਾਰ ਕੀਤੀ ਸੀ, ਤਾਂ ਉਹ ਕੀਤੀ ਸੀ ਹੋਲਕਰ ਨੇ। ਇਹ ਵੀ ਯਾਦ ਰੱਖਿਓ, ਸਭ ਤੋਂ ਲਾਸਟ 'ਤੇ ਹੋਲਕਰ ਨੇ ਸਵੀਕਾਰ ਕੀਤੀ ਸੀ, ਅਤੇ ਸਭ ਤੋਂ ਪਹਿਲਾਂ ਕਿਹਨੇ ਕੀਤੀ ਸੀ? ਪੇਸ਼ਵਾ। ਬਾਜੀ ਰਾਓ ਸੈਕਿੰਡ ਸੀ ਜਿਹੜੇ, ਠੀਕ ਹੈ ਜੀ। ਤਾਂ ਪੇਸ਼ਵਾ ਬਾਜੀ ਰਾਓ ਸੈਕਿੰਡ ਨੇ ਮਤਲਬ ਜਿਹੜੀ ਸਭ ਤੋਂ ਪਹਿਲਾਂ ਇਹ ਸਹਾਇਕ ਸੰਧੀ ਜਿਹੜੀ ਸਵੀਕਾਰ ਕੀਤੀ ਸੀ ਲਾਰਡ ਵੈਲੇਸਲੀ ਦੁਆਰਾ ਜਿਹੜੀ ਚਲਾਈ ਗਈ ਸੀ। ਤਾਂ ਬਹੁਤ ਇੰਪੋਰਟੈਂਟ ਕੁਐਸਚਨ ਬਣ ਜਾਂਦਾ ਤੁਹਾਡੇ ਲਈ। ਤਾਂ ਪੇਸ਼ਵਾ। ਉਪਨਿਸ਼ਦ ਦਾ ਫਾਰਸੀ ਭਾਸ਼ਾ ਵਿੱਚ ਅਨੁਵਾਦ ਕਿਸ ਨੇ ਕੀਤਾ? ਉਪਨਿਸ਼ਦ ਵਰ ਟਰਾਂਸਲੇਟਡ ਇਨਟੂ ਪਰਸ਼ੀਅਨ ਬਾਈ ਅਕਬਰ, ਸ਼ਾਹਜਹਾਂ, ਔਰੰਗਜ਼ੇਬ ਜਾਂ ਦਾਰਾ ਸ਼ਿਕੋ? ਠੀਕ ਹੈ ਜੀ। ਤਾਂ ਇਹਦਾ ਤੁਹਾਨੂੰ ਆਨਸਰ ਪਤਾ ਹੀ ਹੋਣਾ। ਤਾਂ ਇਹਦਾ ਆਨਸਰ ਆਊਗਾ ਆਨਸਰ ਨੰਬਰ 4 ਦਾਰਾ ਸ਼ਿਕੋ, ਜਿਹੜਾ ਕਿ ਔਰੰਗਜ਼ੇਬ ਦਾ ਬ੍ਰਦਰ ਸੀ, ਠੀਕ ਹੈ ਜੀ। ਤਾਂ ਦਾਰਾ ਸ਼ਿਕੋ ਮਤਲਬ ਇੱਕ ਚੰਗਾ ਬੰਦਾ ਸੀ, ਵਧੀਆ ਬੰਦਾ ਸੀ। ਤਾਂ ਇਹਨੇ ਪਰਸ਼ੀਅਨ ਦੇ ਵਿੱਚ ਮਤਲਬ ਟਰਾਂਸਲੇਟ ਕੀਤੀ ਸੀਗੀ ਆਪਣੇ ਉਪਨਿਸ਼ਦ, ਠੀਕ ਹੈ ਜੀ, ਸੰਸਕ੍ਰਿਤ ਟੂ ਪਰਸ਼ੀਅਨ। ਤਾਂ ਆਨਸਰ ਨੰਬਰ 4 ਆਊਗਾ ਇਹਦਾ। ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਕੁਐਸਚਨ ਹੈ, ਹੈਦਰਾਬਾਦ ਦਾ ਚਾਰ ਮੀਨਾਰ ਕਿਹਨੇ ਬਣਾਇਆ? ਚਾਰ ਮੀਨਾਰ ਆਫ ਹੈਦਰਾਬਾਦ ਵਾਜ਼ ਬਿਲਟ ਬਾਈ ਹੂਮ? ਹੈਦਰ ਅਲੀ, ਕੁਲੀ ਕੁਤਬ ਸ਼ਾਹ, ਮੁਰਸ਼ਦ ਕੁਲੀ ਸ਼ਾਹ ਜਾਂ ਅਲੀ ਵਰਦੀ ਖਾਨ? ਤਾਂ ਹੈਦਰ ਅਲੀ ਨੂੰ ਦੇਖ ਕੇ ਬੱਚੇ ਬਹੁਤ ਕਨਫਿਊਜ਼ ਹੁੰਦੇ ਨੇ, ਤਾਂ ਕਰਕੇ ਮੈਂ ਇਹ ਆਪਸ਼ਨ ਪਹਿਲਾਂ ਸੈੱਟ ਕੀਤਾ ਇਹਦੇ ਵਿੱਚ, ਠੀਕ ਹੈ ਜੀ। ਆਪਸ਼ਨ ਵੀ ਆਪਾਂ ਉਸ ਹਿਸਾਬ ਨਾਲ ਸੈੱਟ ਕੀਤੇ ਨੇ ਕਿ ਤੁਸੀਂ ਜਿਹੋ ਜਿਹੇ ਤੁਹਾਨੂੰ ਪੇਪਰ ਦੇ ਵਿੱਚ ਜਿਹੜੀ ਤੁਹਾਨੂੰ ਫੀਲ ਆਉਂਦੀ ਹੈ, ਤਾਂ ਉਹੋ ਜਿਹੇ ਸੈਸ਼ਨ ਤੁਹਾਡੇ ਲਈ ਆਪਾਂ ਲੈ ਕੇ ਆਵਾਂਗੇ ਅੱਗੇ, ਜਿੰਨੇ ਵੀ ਲੈ ਕੇ ਆਵਾਂਗੇ, ਠੀਕ ਹੈ ਜੀ। ਤਾਂ 20 ਕੁਐਸਚਨ ਆਪਾਂ ਅਟੈਂਪਟ ਕਰਿਆ ਕਰਾਂਗੇ। ਤਾਂ ਇਹ ਤੁਸੀਂ ਇਹ ਸੀਰੀਜ਼ ਕਦੇ ਵੀ ਮਿਸ ਨਾ ਕਰਿਓ, ਤੁਹਾਨੂੰ ਬਹੁਤ ਫਾਇਦਾ ਦਿਓ ਆਉਣ ਵਾਲੇ ਪੇਪਰਾਂ ਦੇ ਵਿੱਚ। ਤਾਂ ਇਹਦਾ ਜਿਹੜਾ ਆਨਸਰ ਆਊ, ਆਨਸਰ ਨੰਬਰ 2 ਆਊਗਾ। ਕੁਲੀ ਕੁਤਬ ਸ਼ਾਹ ਨੇ ਬਣਾਇਆ ਹੋਇਆ ਚਾਰ ਮੀਨਾਰ। ਤਾਂ ਬਹੁਤ ਇੰਪੋਰਟੈਂਟ ਹੈ ਇਹ, ਬਹੁਤ ਵਾਰ ਪੁੱਛਿਆ ਗਿਆ ਕੁਐਸਚਨ ਹੈ, ਕੁਲੀ ਕੁਤਬ ਸ਼ਾਹ, ਠੀਕ ਹੈ ਜੀ। ਤਾਂ ਇਹ ਸੀਗੇ ਆਪਣੇ ਅੱਜ ਦੇ 20 ਕੁਐਸਚਨ, ਅਤੇ ਨਾਲ ਨਾਲ ਆਪਾਂ ਰਿਲੇਟਡ ਇਹਨਾਂ ਦੇ ਜਿੰਨੇ ਵੀ ਆਪਸ਼ਨ ਸੀ ਉਹ ਵੀ ਆਪਾਂ ਨਾਲ ਨਾਲ ਜਿਹੜੇ ਉਹ ਕੀਤੇ ਨੇ। ਤਾਂ
ਇਹ ਸੈਸ਼ਨ ਆਪਣੇ ਕਦੇ ਵੀ ਮਿਸ ਨਾ ਕਰਿਓ, ਸਾਰੇ ਸੈਸ਼ਨ ਲਗਾਇਓ ਬੈਕ ਟੂ ਬੈਕ। ਤਾਂ ਜੇਕਰ ਵੀਡੀਓ ਤੁਹਾਨੂੰ ਚੰਗੇ ਲੱਗਦੇ ਨੇ ਉਹਨੂੰ ਲਾਈਕ ਕਰ ਦਿਆ ਕਰੋਗੇ, ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਠੀਕ ਹੈ ਜੀ। ਤਾਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਕਿ ਸੀਰੀਜ਼ ਤੁਹਾਨੂੰ ਕਿਵੇਂ ਲੱਗੀ। ਠੀਕ ਹੈ ਜੀ। ਤਾਂ ਇਹੋ ਜਿਹੇ ਕੁਐਸਚਨ ਆਪਾਂ ਅੱਗੇ ਵੀ ਲੈ ਕੇ ਆਵਾਂਗੇ ਜੇਕਰ ਤੁਹਾਨੂੰ ਵਧੀਆ ਲੱਗੇ। ਠੀਕ ਹੈ ਜੀ। ਤਾਂ ਮੋਡਰੇਟ ਲੈਵਲ ਦੇ ਕੁਐਸਚਨ ਨੇ, ਤਾਂ ਵਧੀਆ ਤਰੀਕੇ ਨਾਲ ਆਪਣੀ ਤਿਆਰੀ ਕਰਨ ਦੇ ਲਈ ਆਪਣੇ ਚੈਨਲ ਦੇ ਨਾਲ ਜੁੜੋ ਅਤੇ ਸਟੈਟਿਕ ਜੀਕੇ ਨੂੰ ਕਵਰ ਕਰਨ ਦੇ ਲਈ ਆਪਣੇ ਸੈਸ਼ਨ ਇਹ ਜ਼ਰੂਰ ਲਗਾਓ। ਠੀਕ ਹੈ ਜੀ। ਤਾਂ ਜੇਕਰ ਵੀਡੀਓ ਤੁਹਾਨੂੰ ਅੱਜ ਦੀ ਚੰਗੀ ਲੱਗੀ ਤਾਂ ਇਹਨੂੰ ਜ਼ਰੂਰ ਲਾਈਕ ਕਰਿਓ ਅਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ। ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।